ਆਓ ਕੁਝ ਕੁ ਸਮਾਂ ਗੁਰ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਉਣਾ ਕਰੀਏ। ਗੁਰ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਆਪਸੀ ਫਤਿਹ ਦੀ ਸਾਂਝ ਪਾਈਏ। ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਝੀ ਪ੍ਰੀਤਮ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਇਤਿਹਾਸ ਆਪਾਂ ਰੋਜ਼ਾਨਾ ਵਿਚਾਰਦੇ ਹਾਂ। ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੱਖਣ ਦੇਸ਼ ਦੇ ਵੱਲ ਜਾ ਰਹੇ ਹਨ। ਆਗਰੇ ਵਿਖੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਸ਼ਰਾਮ ਕੀਤਾ ਹੋਇਆ। ਬਹਾਦਰ ਸ਼ਾਹ ਨੂੰ ਬਾਦਸ਼ਾਹ ਸਤਿਗੁਰੂ ਜੀ ਨੇ ਬਣਾਉਣਾ ਕੀਤਾ। ਬਹਾਦਰ ਸ਼ਾਹ ਪਹਿਲਾਂ ਹੀ ਆਗਰੇ ਪਹੁੰਚ ਚੁੱਕਿਆ ਸੀ ਤੇ ਗੁਰੂ ਮਹਾਰਾਜ ਜੀ ਉਹ ਤੋਂ ਕਈ ਦਿਨ ਬਾਅਦ ਦੇ ਵਿੱਚ ਆਗਰੇ ਪਹੁੰਚੇ। ਉਧਰ ਬਹਾਦਰ ਸ਼ਾਹ ਦੇ ਪਾਸ ਦੀਵਾਨ ਹਾਕਮ ਰਾਏ ਨੇ ਅਤੇ ਅਕਰਮ ਖਾਨ ਨੇ ਜਦੋਂ ਗੁਰੂ ਜੀ ਦੇ ਆਗਰੇ ਆਉਣ ਦੀ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਗਰੇ ਵਿਖੇ ਪਹੁੰਚ ਚੁੱਕੇ ਹਨ, ਉਸੇ ਵੇਲੇ ਗੁਰੂ ਜੀ ਦੇ ਪਾਸ ਉਹਨਾਂ ਨੇ ਆਪਣੇ ਕੁਝ ਮਨੁੱਖ ਭੇਜੇ। ਮਠਿਆਈ ਲੈ ਕੇ, ਕੁਝ ਮਾਇਆ ਆਦਿਕ ਰਸਨਾਂ ਵਸਤਾਂ, ਦਾਣਾ ਘਾਹ, ਇਹ ਸਾਰੀਆਂ ਵਸਤੂਆਂ ਆਪਣੇ ਆਦਮੀ ਭੇਜ ਕੇ ਗੁਰੂ ਕੇ ਦਰਬਾਰ ਦੇ ਵਿੱਚ ਭੇਜੀਆਂ ਤੇ ਸਵੇਰੇ ਕਿਰਪਾ ਕਰਕੇ ਦਰਬਾਰ ਵਿੱਚ ਦਰਸ਼ਨ ਦੇਣਾ, ਇਹ ਬੇਨਤੀ ਭੇਜੀ ਕਿ ਮਹਾਰਾਜ ਜੀ ਸਵੇਰੇ ਮੈਂ ਦਰਸ਼ਨ ਕਰਨ ਵਾਸਤੇ ਆਵਾਂਗਾ, ਦਰਸ਼ਨ ਦੇ ਦੇਣਾ। ਰਾਤ ਬਤੀਤ ਕੀਤੀ। ਅਗਲੇ ਦਿਨ ਗੁਰੂ ਸਾਹਿਬ ਜੀ ਜੜਾਊਂ ਜਿਗਾ ਕਲੰਗੀ ਸਜਾ ਕਰਕੇ ਸ਼ਾਸਤਰ ਵਸਤਰ ਪਹਿਨ ਕੇ ਸਾਬਣਾ ਸਿੰਘਾਂ ਸਮੇਤ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਘੋੜੇ ਨੂੰ ਕਦਾਉਂਦੇ ਹੋਏ ਸ਼ਹਿਰ ਦੇ ਵਿੱਚ ਦੀ ਜਦ ਕਿਲੇ ਬਣੀ ਗਏ ਤਾਂ ਦੇਖ ਕੇ ਸਭ ਲੋਕ ਚਕਰਤ ਹੋ ਰਹੇ ਹਨ, ਹੈਰਾਨ ਹੋ ਰਹੇ ਹਨ। ਗੁਰੂ ਜੀ ਕੀ ਅਤ ਅਨੋਖੀ ਚੜ੍ਹਾਈ ਹੈ, ਰਾਜਿਆਂ ਮਹਾਰਾਜਿਆਂ ਵਰਗੀ ਠਾਠ ਬਾਠ ਹੈ। ਗੁਰੂ ਜੀ ਦੀ ਅਨੋਖੀ ਚੜ੍ਹਤ ਵੇਖ ਕੇ ਸਾਰੇ ਖੁਸ਼ ਵੀ ਹਨ ਅਤੇ ਹੈਰਾਨ ਹਨ ਜਿਹੜੇ ਆਗਰੇ ਦੇ ਵਾਸੀ ਹੈ ਕਿ ਸਤਿਗੁਰੂ ਇੰਨੀ ਚੜ੍ਹਤ ਦੇ ਵਿੱਚ ਰਹਿੰਦੇ ਹੈ। ਬਹਾਦਰ ਸ਼ਾਹ ਦਾ ਦਰਬਾਰ ਫਿੱਕਾ ਪੈਂਦਾ। ਸਤਿਗੁਰੂ ਜੀ ਦੀ ਚੜ੍ਹਤ ਸਭਨਾਂ ਨੂੰ ਮੋਹ ਰਹੀ ਹੈ। ਹੋਰ ਸਾਰੇ ਸਵਾਰਾਂ ਨੂੰ ਸ਼ਾਹੀ ਡਿਊਟੀ ਤੇ ਖੜੇ ਕਰਕੇ ਭਾਈ ਸਾਹਿਬ ਸਿੰਘ, ਭਾਈ ਧਰਮ ਸਿੰਘ, ਭਾਈ ਦਇਆ ਸਿੰਘ, ਭਾਈ ਹਰਦਿੱਤ ਸਿੰਘ ਅਤੇ ਭਾਈ ਮਣੀ ਸਿੰਘ, ਇਹਨਾਂ ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਜੀ ਦਰਬਾਰ ਸਾਹਿਬ ਦੇ ਵਿੱਚ ਜੋ ਦਰਬਾਰ ਹੈ ਰਾਜੇ ਦਾ ਚਲੇ ਗਏ। ਹੁਣ ਬਾਦਸ਼ਾਹ ਦੇਖ ਕੇ ਬਹੁਤ ਖੁਸ਼ ਹੋਇਆ। ਆਪ ਉੱਠ ਕੇ ਚੰਦਨ ਦੀ ਚੌਕੀ ਪਰ ਗੁਰੂ ਕਿਆਂ ਨੂੰ ਬਿਠਾ ਕੇ ਹੱਥ ਜੋੜੇ ਨੇ ਤੇ ਸਜਦਾ ਕੀਤਾ। ਫਿਰ ਕੁਸ਼ਲ ਆਨੰਦ ਦੋਹਾਂ ਪਾਸਿਆਂ ਤੋਂ ਪੁੱਛੀ ਗਈ ਹੈ। ਬਾਦਸ਼ਾਹ ਨੇ ਵਜ਼ੀਰਾਂ ਅਮੀਰਾਂ
ਆਪਣੇ ਵਜ਼ੀਰਾਂ ਤੇ ਅਮੀਰਾਂ ਜੋ ਬੈਠੇ ਨੇ ਦਰਬਾਰ ਦੇ ਵਿੱਚ, ਕਚਹਿਰੀ ਵਿੱਚ, ਉਹਨਾਂ ਬਣੀ ਮੂੰਹ ਕਰਕੇ ਆਖਿਆ, ਕਹਿੰਦਾ ਮੈਨੂੰ ਗਰੀਬ ਨੂੰ ਬਾਦਸ਼ਾਹੀ ਕੇਵਲ ਇਸੇ ਗਰੀਬ ਨਿਵਾਜ ਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਈ ਹੈ, ਕਿਉਂਕਿ ਇਹਨਾਂ ਦੇ ਹੀ ਤੀਰ ਦੇ ਨਾਲ ਆਜ਼ਮ ਸ਼ਾਹ ਮਾਰਿਆ ਗਿਆ ਤੇ ਇਹਨਾਂ ਦਾ ਅਹਿਸਾਨ ਮੈਂ ਜਿਤਨਾ ਮੰਨਾਂ ਉਤਨਾ ਹੀ ਥੋੜਾ ਹੈ, ਕਿਉਂਕਿ ਇੱਕ ਤਾਂ ਇਹਨਾਂ ਨੇ ਮੇਰੇ ਉੱਤੇ ਭਾਰੀ ਉਪਕਾਰ ਕੀਤਾ ਹੈ ਤੇ ਦੂਜਾ ਇਹ ਜਗਤ ਗੁਰੂ ਸਭ ਦੇ ਪੂਜਣੇ ਯੋਗ ਪੀਰ ਹਨ। ਉਸ ਸਮੇਂ ਸਭਾ ਦੇ ਵਿੱਚ ਫਤਿਹ ਮੁਹੰਮਦ ਖਾਂ ਅਮਰਾਓ ਸੀਗਾ। ਉਹਨੇ ਗੁਰੂ ਜੀ ਅੱਗੇ ਕੁਝ ਸਵਾਲ ਕੀਤਾ। ਸਵਾਲ ਕੀ ਕੀਤਾ? ਕਹਿਣ ਲੱਗਿਆ, ਕਹਿੰਦਾ ਆਪ ਗੁਰੂ ਨਾਨਕ ਦੀ ਗੱਦੀ ਪਰ ਉਹਨਾਂ ਦਾ ਹੀ ਰੂਪ ਹੋ। ਮਹਾਰਾਜ ਜੀ ਕਹਿਣ ਲੱਗੇ, ਇਹ ਸੱਤ ਹੈ ਭਾਈ। ਕਹਿੰਦਾ ਜੀ ਮੇਰਾ ਸਵਾਲ ਇਹ ਹੈ, ਉਹਨਾਂ ਨੇ ਪੱਖਵਾਦ ਨਹੀਂ ਰੱਖਿਆ ਕਿਸੇ ਨਾਲ। ਉਹਨਾਂ ਨੇ ਜੋ ਗੱਲ ਕਹਿਣੀ, ਭਾਵੇਂ ਕੋਈ ਆਪਣਾ ਸੀ, ਭਾਵੇਂ ਕੋਈ ਪਰਾਇਆ ਸੀ, ਭਾਵੇਂ ਕੋਈ ਆਪਣਾ ਸਿੱਖ ਸੀ, ਭਾਵੇਂ ਕੋਈ ਹੋਰ ਧਰਮ ਦਾ ਸੀ, ਉਹਨਾਂ ਨੇ ਸਭ ਨੂੰ ਸੱਚ ਆਖਿਆ ਤੇ ਪੱਖਪਾਤ ਨਹੀਂ ਰੱਖਿਆ। ਉਹਨੇ ਸਵਾਲ ਕੀਤਾ, ਕਹਿੰਦਾ ਤੁਸੀਂ ਵੀ ਪੱਖਵਾਦ ਬਿਨਾਂ ਉੱਤਰ ਦਿਓ ਕਿ ਤੁਹਾਡੇ ਕੋਲ ਪੱਖਵਾਦ ਹੈ ਜਾਂ ਨਹੀਂ। ਮਜ਼ਹਬ ਸਾਡਾ ਚੰਗਾ ਹੈ ਕਿ ਤੁਹਾਡਾ? ਉਹਨੇ ਸਵਾਲ ਕੀਤੇ ਫਤਿਹ ਮੁਹੰਮਦ ਖਾਂ ਨੇ। ਕਹਿੰਦਾ ਗੁਰੂ ਨਾਨਕ ਵਾਂਗੂ ਤੁਸੀਂ ਪੱਖਵਾਦ ਨਹੀਂ ਕਰਦੇ ਜਾਂ ਕਰਦੇ ਹੋ? ਤੇ ਦੂਸਰਾ, ਮਜ਼ਹਬ ਸਾਡਾ ਚੰਗਾ ਹੈ ਜਾਂ ਤੁਹਾਡਾ ਚੰਗਾ ਹੈ? ਭਾਵ ਮੁਸਲਮਾਨ ਮਜ਼ਹਬ ਚੰਗਾ ਹੈ ਜਾਂ ਜੋ ਤੁਸੀਂ ਸਿੱਖ ਧਰਮ ਨਵੀਨ ਪੈਦਾ ਕੀਤਾ ਹੈ ਇਹ ਚੰਗਾ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਸਾਡਾ ਤੁਹਾਡਾ ਤੁਹਾਨੂੰ ਚੰਗਾ ਹੈ। ਫਿਰ ਉਹਨੇ ਆਖਿਆ, ਜੀ ਅਸੀਂ ਤਾਂ ਕਲਮਾ ਪੜ੍ਹਨ ਵਾਲੇ ਸਾਥ ਬੈਠ ਕੇ ਖਾਣਾ ਖਾ ਸਕਦੇ ਹਾਂ ਤੇ ਹਰੇਕ ਜਾਤ ਦੇ ਆਦਮੀ ਨੂੰ ਅਭੇਦ ਵਰਤਾ ਸਕਦੇ ਹਾਂ। ਸਾਥ ਬੈਠ ਕੇ ਖਾਣਾ ਖਾ ਸਕਦੇ ਹਾਂ ਤੇ ਹਰੇਕ ਨੂੰ ਵਰਤਾ ਸਕਦੇ ਹਾਂ। ਕਹਿੰਦਾ ਉਸ ਦੇ ਸਾਥ ਬੇਟੀ ਦੀ ਸਾਂਝ ਕਰ ਲੈਂਦੇ ਹਾਂ। ਕਹਿੰਦਾ ਤੁਸੀਂ ਤਾਂ ਇਹ ਕੰਮ ਕੋਈ ਵੀ ਨਹੀਂ ਕਰ ਸਕਦੇ। ਫਿਰ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ, ਕਹਿਣ ਲੱਗੇ, ਭਾਈ ਹੁਣ ਤੁਹਾਡਾ ਰਾਜ ਤੇਜ ਹੈ। ਜਦੋਂ ਖਾਲਸੇ ਦਾ ਰਾਜ ਤੇਜ ਹੋਊਗਾ ਤਦੋਂ ਖਾਲਸਾ ਵੀ ਇਹ ਕੰਮ ਕਰ ਲਏਗਾ, ਬਲਕਿ ਤੁਸਾਂ ਨਾਲੋਂ ਵੀ ਅਧਿਕ ਨਿਰਵੰਧ ਤੇ ਖੁਲਾਸਾ ਹੋਵੇਗਾ ਮੇਰੇ ਖਾਲਸੇ ਦਾ ਰਾਜ। ਹਿੰਦੂ ਮੁਸਲਮਾਨ ਜਿਨ੍ਹਾਂ ਚੀਜ਼ਾਂ ਦੇ ਖਾਣ ਦੀ ਆਣ ਮੰਨਦੇ ਹਨ ਤੇ ਉਹਨਾਂ ਦੇ ਖਾਣ ਵਾਲੇ ਨੂੰ ਮਿਲਾ ਨਹੀਂ ਸਕਦੇ, ਖਾਲਸਾ ਆਪਣਾ ਗੁਰਮੰਤਰ ਜਪਾ ਕੇ ਅੰਮ੍ਰਿਤ ਛਕਾ ਪਵਿੱਤਰ ਬਣਾ ਆਪਣੇ ਸਾਥ ਅਭੇਦ ਵਰਤਾ ਕੇ ਮਹਾਰਾਜ ਜੀ ਕਹਿੰਦੇ ਰੋਟੀ ਬੇਟੀ ਦੀ ਸਾਂਝ ਕਰ ਲਿਆ ਕਰੇਗਾ। ਮਹਾਰਾਜ ਕਹਿੰਦੇ, ਭਾਈ ਸਾਡਾ ਵੀ ਕੋਈ ਪੱਖਵਾਦ ਨਹੀਂ। ਮੇਰਾ ਵੀ ਖਾਲਸਾ ਦੂਜਿਆਂ ਦੇ ਨਾਲ, ਜਿਹੜੇ ਕੋਈ ਖਾਲਸਾ ਬਣਨਗੇ, ਅੰਮ੍ਰਿਤ ਧਾਰੀ ਬਣਨਗੇ, ਉਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਕਰੇਗਾ। ਤੇ ਫਿਰ ਉਹਨੇ ਪੁੱਛਿਆ, ਕਹਿੰਦਾ ਇਹ ਸਮਾਂ ਕਦੋਂ ਆਏਗਾ ਜੀ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਜਦੋਂ ਕਰਤਾਰ ਲਿਆਏਗਾ, ਜਦੋਂ ਵਾਹਿਗੁਰੂ ਜੀ ਨੇ ਚਾਹਿਆ ਉਦੋਂ ਇਹ ਸਮਾਂ ਆਏਗਾ। ਇਸ ਤਰ੍ਹਾਂ ਦੇ ਹੋਰ ਅਨੇਕਾਂ ਪ੍ਰਕਾਰ ਦੇ ਬਚਨ ਵਿਲਾਸ ਹੁੰਦੇ ਰਹੇ। ਫਿਰ ਉੱਥੇ ਬੈਠ ਕੇ ਗੁਰੂ ਸਾਹਿਬ ਜੀ ਨੇ ਛਕਣ ਵਾਸਤੇ ਜਲ ਮੰਗਿਆ।
ਉਸੇ ਵੇਲੇ ਗੁਰੂ ਕਾ ਨਫਰ ਸੀ ਜਿਹੜਾ ਝਾਰੀ ਵਾਲਾ ਹਾਜ਼ਰ ਨਹੀਂ ਸੀ। ਉਸ ਵੇਲੇ ਭਾਵ ਕਿ ਜਿਹੜਾ ਕੋਈ ਪਾਣੀ ਦੀ ਜਿਹਦੀ ਡਿਊਟੀ ਸੀ ਉਹ ਹਾਜ਼ਰ ਨਹੀਂ ਹੈ। ਨਫਰ ਕਹਿੰਦੇ ਆ ਸੇਵਾਦਾਰ ਨੂੰ, ਨੌਕਰ ਨੂੰ। ਬਾਦਸ਼ਾਹ ਦੇ ਅਸਾਰੇ ਨਾਲ ਸਾਹੀ ਨਫਰ ਨੇ, ਜਿਹੜਾ ਬਾਦਸ਼ਾਹ ਦਾ ਨਫਰ ਹੈ ਨਾ, ਸੇਵਾਦਾਰ ਹੈ, ਪਾਣੀ ਧਾਣੀ ਰੋਟੀ ਟੁੱਕ ਦਾ ਖਿਆਲ ਰੱਖਦਾ ਹੈ। ਬਾਦਸ਼ਾਹ ਦੇ ਇਸ਼ਾਰੇ ਨਾਲ ਸਾਹੀ ਨਫਰ ਨੇ ਸੋਨੇ ਦੇ ਗਲਾਸ ਦੇ ਵਿੱਚ ਠੰਡੇ ਜਲ ਦਾ ਭਰ ਕੇ ਨਾ, ਸੋਨੇ ਦਾ ਗਲਾਸ ਗੁਰੂ ਸਾਹਿਬ ਜੀ ਦੇ ਅੱਗੇ ਕੀਤਾ, ਤਾਂ ਆਪ ਜੀ ਨੇ ਉਸ ਵਿੱਚ ਉਂਗਲ ਧੋ ਕੇ ਗਲਾਸ ਮੋੜ ਦਿੱਤਾ। ਪਾਣੀ ਪੀਤਾ ਨਹੀਂ, ਉਂਗਲ ਡਬੋਤੀ, ਉਂਗਲ ਧੋ ਕੇ ਨਾ ਉਹਦੇ ਵਿੱਚ ਮਹਾਰਾਜ ਜੀ ਨੇ ਗਲਾਸ ਮੋੜ ਦਿੱਤਾ। ਤੇ ਫਤਿਹ ਖਾਨ ਜਿਹੜਾ ਪਹਿਲਾਂ ਸਵਾਲ ਕਰ ਰਿਹਾ ਸੀ ਉਹ ਬੋਲਿਆ, ਕਹਿੰਦਾ ਤੁਸੀਂ ਤਾਂ ਹਿੰਦੂ ਤੁਰਕ ਦੀ ਸਰਾਹ ਦੇ ਬੰਧਨ ਦੇ ਵਿੱਚ ਸਭਨਾ ਦਾ ਸਾਂਝਾ ਪੀਰ ਫਕੀਰ ਹੋ, ਜਲ ਕਿਉਂ ਨਹੀਂ ਪੀਤਾ ਹੈ? ਕੀ ਕਾਰਨ ਹੈ ਜਲ ਨਹੀਂ ਪੀਤਾ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ, ਭਾਈ ਹੁਣ ਸਮਾਂ ਨਹੀਂ, ਕਦੇ ਇਹ ਸਕਲ ਦਾ ਸਮਾਂ ਵੀ ਆ ਜਾਊਗਾ। ਹੁਣ ਸਮਾਂ ਨਹੀਂ ਤੁਹਾਡੇ ਘਰ ਦਾ ਜਲ ਪਾਨ ਕਰਨ ਦਾ, ਕਦੇ ਸਮਾਂ ਆਏਗਾ। ਮਹਾਰਾਜ ਜੀ ਕਹਿੰਦੇ ਇਹ ਵੀ ਛਕਾਂਗੇ ਭਾਈ। ਫਿਰ ਹੋਰ ਰਾਜ ਕਾਜ ਤੇ ਜੰਗਾਂ ਯੁੱਧਾਂ ਦੀ ਗੱਲ ਚੱਲਦੀ ਰਹੀ। ਬਹਾਦਰ ਸ਼ਾਹ ਨੇ ਜਿਗਾ, ਕਲੰਗੀ, ਸਰਪੇਚ ਮੋਤੀਆਂ ਵਾਲਾ, ਤਲਵਾਰ, ਢਾਲ, ਕਮਾਨ, ਖਿਲਤ ਕੱਤੀ, ਜੋ ਸਭ ਸਮਾਨ ਉਹਨਾਂ ਸਮਿਆਂ ਦੇ 1.25 ਲੱਖ ਰੁਪਈਏ ਦਾ ਗੁਰੂ ਜੀ ਦੇ ਅੱਗੇ ਰਖਵਾ ਕੇ ਬੇਨਤੀ ਕੀਤੀ। ਕਹਿੰਦਾ ਮਹਾਰਾਜ ਆਪ ਨੇ ਮੇਰੇ ਉੱਤੇ ਹਮੇਸ਼ਾ ਆਪਣੀ ਮਿਹਰਬਾਨੀ ਰੱਖਣੀ। ਆ ਮੇਰੀਆਂ ਭੇਟਾਵਾਂ ਨੇ, ਕੁਝ ਪ੍ਰਵਾਨ ਕਰੋ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਸਤਿ ਸ੍ਰੀ ਅਕਾਲ, ਭਾਵ ਸਤ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇਗਾ। ਸਤਿ ਸ੍ਰੀ ਅਕਾਲ ਬੋਲ ਕੇ ਸਤਿਗੁਰੂ ਜੀ ਉੱਠ ਖੜੋਤੇ ਨੇ। ਪਿਛਲੇ ਪੈਰ ਗੁਰੂ ਜੀ ਇਸ਼ਨਾਨ ਕਰਕੇ ਵਸਤਰ ਸ਼ਾਸਤਰ ਪਹਿਨ ਕੇ ਆਪਣੇ ਦੀਵਾਨ ਦੇ ਵਿੱਚ ਆ ਬੈਠੇ। ਆਗਰੇ ਦੀ ਤੇ ਗਿਰਦਨਵਾਈ ਦੀ ਸੰਗਤ ਬਹੁਤ ਇਕੱਠੀ ਹੋ ਰਹੀ ਸੀ। ਉਸ ਸਮੇਂ ਨਾ ਇੱਕ ਸਿੱਖ ਖੱਤਰੀ ਮਰ ਗਿਆ। ਉਸ ਦੀ ਇਸਤਰੀ ਸਤੀ ਹੋਣਾ ਚਾਹੁੰਦੀ ਸੀ। ਸੰਬੰਧੀ ਹਟਾਉਂਦੇ ਨੇ ਕਿ ਇਹ ਤਾਂ ਪ੍ਰਥਾ ਹੁਣ ਖਤਮ ਹੋ ਗਈ। ਪਹਿਲਾਂ ਜਦੋਂ ਕੋਈ ਪਤੀ ਚੜ੍ਹਾਈ ਕਰ ਜਾਂਦਾ, ਉਹਦੀ ਪਤਨੀ ਨੂੰ ਉਹਦੇ ਨਾਲ ਜਿਉਂਦੀ ਨੂੰ ਸਾੜ ਦਿੱਤਾ ਜਾਂਦਾ। ਸਤੀ ਪ੍ਰਥਾ ਕਹਿੰਦੇ ਸੀ ਇਹਨੂੰ। ਔਰਤ ਜੇ ਨਾ ਸਾੜਨਾ ਚਾਹੁੰਦੀ ਨਾ, ਤਾਂ ਵੀ ਧੱਕੇ ਨਾਲ ਉਹਨੂੰ ਸਾੜ ਦਿੱਤਾ ਜਾਂਦਾ। ਤੇ ਗੁਰੂ ਅਮਰਦਾਸ ਜੀ ਨੇ ਇਹ ਰੀਤੀ ਤੇ ਕਿੰਤੂ ਪ੍ਰੰਤੂ ਕੀਤਾ, ਆਵਾਜ਼ ਬੁਲੰਦ ਕੀਤੀ ਤੇ ਹੌਲੀ ਹੌਲੀ ਇਹ ਪ੍ਰਥਾ, ਸਤੀ ਪ੍ਰਥਾ ਬੰਦ ਕੀਤੀ। ਹੁਣ ਜਦੋਂ ਆਗਰੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿ ਰਹੇ ਨੇ, ਇੱਕ ਸਿੱਖ ਖੱਤਰੀ ਘਰਾਣੇ ਦੇ ਵਿੱਚੋਂ ਹੈ, ਉਹ ਚੜ੍ਹਾਈ ਕਰ ਗਿਆ। ਉਹਦੀ ਪਤਨੀ ਕਹਿੰਦੀ ਮੈਂ ਤਾਂ ਸਤੀ ਹੋਣਾ ਇਹਦੇ ਨਾਲ। ਸੰਬੰਧੀ ਹਟਾਉਂਦੇ ਨੇ। ਆਖਿਆ ਭਾਈ ਸਿੱਖੋ, ਆਤਮਘਾਤੀ ਮਹਾਪਾਪੀ ਹੁੰਦਾ। ਸਤੀ ਪ੍ਰਥਾ ਦਾ ਵਿਰੋਧ ਕੀਤਾ ਮਹਾਰਾਜ ਨੇ। ਉਸ ਬੀਬੀ ਨੂੰ ਬੁਲਾਇਆ, ਆਖਿਆ ਭਾਈ ਕੀ ਗੱਲ ਹੈ? ਉਹ ਕਹਿਣ ਲੱਗੀ ਜੀ ਪ੍ਰਾਤਨ ਇਹ ਹੈ ਕਿ ਮੈਂ ਤੇ ਆਪਣੇ ਪਤੀ ਦੇ ਨਾਲ ਸਤੀ ਹੋਣਾ। ਮਹਾਰਾਜ ਜੀ ਕਹਿੰਦੇ ਭਾਈ ਬੀਬਾ,
ਤੈਨੂੰ ਪਤਾ ਹੈ ਗੁਰੂ ਦੀ ਬਾਣੀ ਕੀ ਕਹਿੰਦੀ ਹੈ? ਗੁਰੂ ਦੀ ਬਾਣੀ ਕਹਿੰਦੀ ਆਤਮ ਘਾਤੀ ਜਗਤ ਕਸਾਈ। ਜਿਹੜਾ ਆਪਣੀ ਆਤਮਾ ਦਾ ਘਾਤ ਕਰਦਾ ਹੈ ਨਾ, ਆਤਮ ਹੱਤਿਆ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਗਤ ਦਾ ਸਭ ਤੋਂ ਵੱਡਾ ਕਸਾਈ ਹੈ। ਹੁਣ ਜਿਹੜਾ ਬੰਦਾ ਕਸਾਈ ਹੋਵੇ ਉਹ ਤੋਂ ਦੁਨੀਆ ਕਿੰਨੀ ਨਫ਼ਰਤ ਕਰਦੀ ਹੈ, ਕਿੰਨਾ ਨੀਚ ਦਰਜੇ ਦਾ ਉਹਨੂੰ ਮੰਨਦੀ ਹੈ ਕਿ ਕਸਾਈ ਹੈ, ਪਾਪ ਕਰਦਾ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਬੰਦਾ ਆਤਮ ਹੱਤਿਆ ਕਰਦਾ ਨਾ, ਕੋਈ ਵੀ ਹੈ, ਉਹ ਭਾਈ ਜਗਤ ਦਾ ਮਹਾਪਾਪੀ ਹੁੰਦਾ। ਮਹਾਰਾਜ ਕਹਿੰਦੇ ਮਨੁੱਖਾਂ ਦੇ ਬਾਰੰਬਾਰ ਹੱਥ ਨਹੀਂ ਆਉਂਦੀ ਭਾਈ, ਇਹ ਬਾਰ-ਬਾਰ ਨਹੀਂ ਮਿਲਦੀ ਹੈ। ਚਿਰੰਕਾਲ ਇਹ ਦੇਹ ਸੰਜਰੀਆ। ਮਹਾਰਾਜ ਜੀ ਕਹਿੰਦੇ ਚਿਰਾਂ ਤੋਂ ਬਾਅਦ ਇਹ ਮਨੁੱਖਾ ਸਰੀਰ ਤੈਨੂੰ ਭਾਈ ਮਿਲਿਆ, ਇਹ ਬਾਰ-ਬਾਰ ਨਹੀਂ ਮਿਲਣਾ ਹੈ। ਹੁਣ ਸਾਨੂੰ ਵੀ ਤੇ ਬਾਣੀ ਕਿੰਨਾ ਸਮਝਾਉਂਦੀ ਹੈ ਨਾ ਕਿ ਐ ਮਨੁੱਖ ਆ ਸਰੀਰ ਬੜਾ ਬੇਸ਼ਕੀਮਤੀ ਹੈ, ਇਹਦੀ ਕੀਮਤ ਹੀ ਕੋਈ ਨਹੀਂ ਹੈ। ਇਸ ਬੇਸ਼ਕੀਮਤੀ ਅਮੋਲਕ ਹੀਰੇ ਨੂੰ ਤੂੰ ਕੌਡੀਆਂ ਦੇ ਭਾਅ ਨਸ਼ਿਆਂ ਪੱਤਿਆਂ ਦੇ ਵਿੱਚ ਗਲਤਾਨ ਕਰਕੇ ਵਿਕਾਰਾਂ ਦੀ ਦਲਦਲ ਦੇ ਵਿੱਚ ਫਸ ਕੇ ਅਜਾਈਂ ਗਵਾ ਰਹੇ। ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਬਾਰ-ਬਾਰ ਨਹੀਂ ਮਿਲਣਾ, ਮਤ ਕਿਤੇ ਭੁਲੇਖੇ ਵਿੱਚ ਰਵੀਂ, ਕਿਉਂਕਿ ਕਈ ਵਾਰੀ ਭੁਲੇਖਾ ਹੁੰਦਾ ਨਾ ਕਿ ਹੁਣ ਮੈਨੂੰ ਮਨੁੱਖਾ ਦੇਹੀ ਮਿਲੀ ਹੈ, ਅਗਲਾ ਜਨਮ ਵੀ ਮਨੁੱਖਾ ਦੇਹੀ ਦਾ ਮਿਲ ਜਾਊਗਾ। ਬਾਬਾ ਕਬੀਰ ਜੀ ਆਂਦੇ ਨੇ, ਕਹਿੰਦੇ ਮਤ ਭੁਲੇਖੇ ਵਿੱਚ ਰਹੀ ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਬਾਰ-ਬਾਰ ਨਹੀਂ ਮਿਲਣਾ, ਹੋਏ ਦਾ ਭਾਵ ਬਾਰ-ਬਾਰ ਨਹੀਂ ਮਿਲਣਾ ਹੈ। ਦੁਲੰਭ ਦਾ ਭਾਵ ਹੁੰਦਾ ਦੁਰਲੱਭ ਵਸਤੂ, ਜਿਹੜੀ ਛੇਤੀ ਨਾ ਮਿਲੇ। ਹੁਣ ਆਪਾਂ ਵਿਚਾਰ ਕਰਦੇ ਹੁੰਨੇ ਆ, ਲੋਹਾ ਤਾਂ ਸਾਡੇ ਕੋਠਿਆਂ ਤੇ ਸਾਡੇ ਘਰਾਂ ਦੇ ਖੂੰਜਿਆਂ 'ਚ ਮਨਾ ਮੂੰਹੀ ਸੁੱਟਿਆ ਪਿਆ ਪਿਆਰਿਓ, ਕਿੰਨਾ ਖੜਾ ਹੈ। ਤੇ ਸੋਨਾ ਦੁਰਲੱਭ ਹੈ ਨਾ, ਉਹਨੂੰ ਆਪਾਂ ਖਜ਼ਾਨਿਆਂ 'ਚ ਸਾਂਭ ਕੇ ਰੱਖਦੇ ਜਾਂ ਆਪਣੇ ਸਰੀਰ ਤੇ ਉਹਨੂੰ ਪਾ ਕੇ ਰੱਖਦੇ। ਕਿਤੇ ਲੋਹਾ ਪਾਇਆ, ਆ ਕੱਲਾ ਕੜਾ ਪਾਉਂਦੇ ਆ, ਗੁਰੂ ਮਹਾਰਾਜ ਜੀ ਨੇ ਸਰਬ ਲੋਹ ਦਾ ਦਿੱਤਾ ਜਿਹੜਾ, ਹੋਰ ਲੋਹਾ ਪਾਇਆ ਕਿਤੇ ਸਰੀਰ ਤੇ ਸੋਨਾ ਅਸੀਂ ਸਾਰੇ ਚਾਹੁੰਦੇ ਹਾਂ ਕਿ ਮੇਰੀਆਂ ਸਾਰੀਆਂ ਉਂਗਲਾਂ 'ਚ ਸਾਂਪਾਂ ਪਾਈਆਂ ਹੋਣ, ਨੱਕ ਕੰਨ ਬਿੰਨੇ ਹੋਣ, ਭਾਰੀ ਸੋਨਾ ਪਾਇਆ ਹੋਵੇ, ਟੂਮਾਂ ਪਾਈਆਂ ਹੋਣ। ਕਿਉਂਕਿ ਦੁਰਲੱਭ ਹੈ। ਲੋਹੇ ਦਾ ਕੀ ਹੈ ਤੇ ਸਾਡੇ ਖੂੰਜਿਆਂ 'ਚ ਕਿੰਨਾ ਪਿਆਗਾ, ਉਹ ਦੁਰਲੱਭ ਨਹੀਂ ਹੈ, ਭਾਵ ਕਿ ਛੇਤੀ ਮਿਲ ਜਾਂਦਾ ਹੈ। ਆਮ ਹੀ ਹੈ ਨਾ, ਸੋਨਾ ਆਮ ਨਹੀਂ ਹੈ, ਹੀਰਾ ਆਮ ਨਹੀਂ ਹੈ। ਹੁਣ ਹੀਰਾ ਕਿਤੇ ਹਰੇਕ ਪਾ ਲਏਗਾ ਗਲ ਦੇ ਵਿੱਚ ਜਾਂ ਸਾਂਪ ਦੇ ਵਿੱਚ ਨਗ ਬਣਾ ਕੇ, ਬੇਸ਼ਕੀਮਤੀ ਹੀਰਾ। ਪੱਥਰ ਜੇ ਤਾਂ ਹਰੇਕ ਹੀ ਜੜਾਈ ਫਿਰਦਾ ਹੈ। ਜਿਹੜੇ ਅਮੋਲਕ ਹੀਰੇ ਨੇ ਉਹ ਕਿਤੇ ਆਮ ਹੀ ਮਿਲ ਜਾਂਦੇ ਹੈ, ਨਹੀਂ, ਦੁਰਲੱਭ ਵਸਤੂਆਂ ਨੇ। ਇਹ ਪ੍ਰਮਾਣ ਦੇ ਕੇ ਸਮਝਾਉਂਦੇ ਆ, ਕਹਿੰਦੇ ਮਨੁੱਖਾ ਸਰੀਰ ਹੈ ਨਾ ਜਿਹੜਾ, ਇਹ ਦੁਰਲੱਭ ਹੈ, ਭਾਵ ਛੇਤੀ ਨਹੀਂ ਮਿਲਦਾ, ਵਾਰ-ਵਾਰ ਨਹੀਂ ਮਿਲਦਾ ਹੈ। ਇਹ ਤੇ ਖੌਰੇ ਪਤਾ ਨਹੀਂ ਕੀ ਤੇਰਾ ਚੰਗਾ ਕਰਮ ਕੀਤਾ ਸੀ, ਤੈਂ ਕੋਈ ਸ਼ੁਭ ਕਰਮ ਕਮਾਇਆ ਸੀ, ਤੈਨੂੰ ਮਨੁੱਖਾ ਸਰੀਰ ਮਿਲ ਗਿਆ। ਆਤਮਾ ਨੂੰ ਆਵਾਗਮਨ ਤੋਂ ਛੁਟਕਾਰਾ ਪਾਉਣ ਲਈ ਮਨੁੱਖਾ ਸਰੀਰ ਦੀ ਪ੍ਰਾਪਤੀ ਤੈਨੂੰ ਹੋ ਗਈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ। ਮਹਾਰਾਜ ਸਾਨੂੰ ਵੀ ਤੇ ਕਿੰਨਾ ਸਮਝਾਉਂਦੇ ਆ ਭਾਈ, ਨਸ਼ਿਆਂ ਪੱਤਿਆਂ ਦੇ ਵਿੱਚ ਵਿਕਾਰਾਂ ਦੀ ਦਲਦਲ ਦੇ ਵਿੱਚ ਧਸ ਕੇ ਤੂੰ ਆਪਣੇ ਇਸ ਅਮੋਲਕ ਜਨਮ ਨੂੰ ਅਜਾਈ ਨਾ ਗਵਾ। ਤੇ ਮਹਾਰਾਜ ਜੀ ਇੱਥੇ ਉਸ ਬੀਬੀ ਨੂੰ ਸਮਝਾਉਂਦੇ ਆ, ਬੀਬਾ ਆਤਮ ਘਾਤੀ ਮਨੁੱਖ ਹੁੰਦਾ ਨਾ ਜਿਹੜਾ ਆਤਮ ਹੱਤਿਆ ਕਰਦਾ, ਸਤਿਗੁਰ ਕਹਿੰਦੇ ਉਹ ਜਗਤ ਦਾ ਮਹਾ ਪਾਪੀ ਹੈ ਭਾਈ। ਮਨੁੱਖਾ ਦੇਹੀ ਬਾਰੰਬਾਰ ਨਹੀਂ ਆਉਂਦੀ, ਇਹ ਨਰ ਨਾਰਾਇਣੀ ਦੇਹ ਹੈ, ਹੋਰ ਸਾਰੇ ਜੀਵ ਜਨਤਾ ਦੀ ਸਰਦਾਰ ਹੈ।
ਪਿਆਰਿਓ, ਵੇਦਾਂ ਸ਼ਾਸਤਰਾਂ ਨੇ, ਧਾਰਮਿਕ ਗ੍ਰੰਥਾਂ ਨੇ, ਸਤਿਪੁਰਸ਼ਾਂ ਨੇ, ਮਹਾਂਪੁਰਸ਼ਾਂ ਨੇ 84 ਲੱਖ ਜੂਨ ਮੰਨਿਆ। ਉਹਨਾਂ ਦੇ ਵਿੱਚ ਕੇਵਲ ਤੇ ਕੇਵਲ 84 ਲੱਖ ਜੂਨ ਦੀ ਬਾਦਸ਼ਾਹ ਦੇ ਮੰਨਿਆ ਪਿਆਰਿਓ ਮਨੁੱਖਾ ਸਰੀਰ ਨੂੰ। 83,99,909 ਜੂਨਾਂ ਨੇ ਨਾ ਜਿਹੜੀਆਂ, ਇਹਦਾ ਪਾਣੀ ਭਰਦੀਆਂ ਨੇ। ਮਨੁੱਖ ਵੱਡੇ ਤੋਂ ਵੱਡੇ ਜਾਨਵਰ ਨੂੰ, ਵੱਡੇ ਤੋਂ ਵੱਡੇ ਜੀਵ ਜੰਤੂ ਨੂੰ, ਜਾਂ ਛੋਟੇ ਤੋਂ ਸੂਖਸ਼ਮ ਜੀਵ ਨੂੰ ਵੀ ਆਪਣੇ ਵੱਸ ਕਰ ਲੈਂਦਾ ਹੈ। ਮਨੁੱਖ ਨੂੰ ਮੱਤ ਬਖਸ਼ੀ ਹੈ, ਪ੍ਰਮਾਤਮਾ ਨੇ ਗਿਆਨ ਦਿੱਤਾ ਹੈ, ਅਥਾਰਟੀ ਦਿੱਤੀ ਹੈ। ਇਸ ਕਰਕੇ ਇਸ ਮਨੁੱਖਾ ਸਰੀਰ ਨੂੰ ਨਾ ਸਾਰੇ ਜੀਵ ਜੰਤਾਂ ਦਾ ਸਰਦਾਰ ਮੰਨਿਆ। ਆਵਰ ਜੋਨ ਤੇਰੀ ਪਨਹਾਰੀ। ਦੂਜੀਆਂ ਜੋਨਾਂ ਨੇ ਨਾ, ਅਵਰ ਦਾ ਭਾਵ ਹੁੰਦਾ ਦੂਜੀਆਂ ਜੂਨਾਂ ਨੇ ਜਿਹੜੀਆਂ ਤੇਰੀਆਂ ਪਨਹਾਰੀਆਂ ਨੇ। ਪਨਹਾਰੀ ਕਹਿੰਦੇ ਸੇਵਾਦਾਰ, ਭਾਵ ਤੇਰੇ ਕਹਿਣੇ 'ਚ ਚੱਲਣਗੀਆਂ। ਹੁਣ ਪਸ਼ੂ ਜਿੰਨਾ ਮਰਜੀ ਅੜਬ ਹੋਵੇ, ਘੋੜਾ ਜਿੰਨਾ ਮਰਜੀ ਅੜਬ ਹੋਵੇ, ਮਨੁੱਖ ਵੱਸ 'ਚ ਕਰ ਲੈਂਦਾ ਨਾ। ਖੂੰਖਾਰ ਜਾਨਵਰਾਂ ਨੂੰ ਵੀ ਇਹ ਆਪਣੀ ਸਿਆਣਪ, ਲਿਆਕਤ ਦੇ ਨਾਲ, ਜ਼ੋਰ ਦੇ ਨਾਲ, ਬਲ ਦੇ ਨਾਲ ਵੱਸ ਦੇ ਵਿੱਚ ਕਰ ਲੈਂਦਾ। ਮਿਲੇਗੀ ਕਿਤੇ ਐਸੀ ਦੇਹੀ। ਸੋ ਮਹਾਰਾਜ ਜੀ ਕਹਿੰਦੇ ਇਹ ਨਰ ਨਾਰਾਇਣੀ ਦੇਹ ਹੈ ਭਾਈ, ਸਾਰੇ ਜੀਵ ਜੰਤਾਂ ਦੀ ਸਰਦਾਰ ਹੈ ਇਹ। ਇਸੇ ਵਿੱਚ ਸ਼ੁਭ ਕਰਮ ਜਪ ਤਪ ਕਰਕੇ ਨਾ ਸਵਰਗ ਦੇ ਸੁੱਖ ਇੱਥੇ ਹੀ ਭੋਗੇ ਜਾ ਸਕਦੇ ਨੇ। ਮਹਾਰਾਜ ਜੀ ਕਹਿੰਦੇ ਜਦੋਂ ਇਹਦੇ ਨਾਲ ਕੋਈ ਸ਼ੁਭ ਕਰਮ ਕਰਾਂਗੇ, ਚੰਗੇ ਕਰਮ ਕਮਾਵਾਂਗੇ, ਜਪ ਤਪ ਕਰਾਂਗੇ, ਇੱਥੇ ਹੀ ਸਵਰਗ ਦੇ ਸੁੱਖ ਭੋਗ ਸਕਦਾ। ਤੇ ਇਸੇ ਨਾਲ ਭਗਤੀ ਉਪਾਸਨਾ ਕਰਨੇ ਕਰ ਮਹਾਰਾਜ ਜੀ ਕਹਿੰਦੇ ਬੈਕੁੰਠ ਦੇ ਭਾਗੀ ਬਣ ਜਾਈਦਾ ਭਾਈ। ਬਾਕੀ ਸਤਸੰਗ ਕਰਕੇ ਬ੍ਰਹਮ ਗਿਆਨ ਦੁਆਰਾ ਨਦੀ ਦੇ ਸਮੁੰਦਰ ਦੇ ਵਿੱਚ ਸਵਾਉਣ ਵਾਂਗੂ ਇਹ ਜੀਵ ਪਰਮੇਸ਼ਵਰ ਵਿੱਚ ਅਭੇਦ ਹੋ ਜਾਂਦਾ ਹੈ, ਜਿਹੜਾ ਸਾਡੇ ਸਰੀਰ ਦੇ ਵਿੱਚ ਰਹਿੰਦਾ ਹੈ, ਆਤਮਾ। ਮਹਾਰਾਜ ਜੀ ਕਹਿੰਦੇ ਇਸ ਦੀ ਕਮਾਈ ਕਰੀ ਹੋਈ ਨਾ ਤਿੰਨਾਂ ਲੋਕਾਂ ਦੇ ਵਿੱਚ ਭੋਗੀ ਜਾਂਦੀ ਹੈ। ਮਨੁੱਖਾ ਸਰੀਰ ਦੇ ਵਿੱਚ ਆਤਮਾ ਰਹਿੰਦੀ ਹੋਈ ਜੇ ਕਮਾਈ ਕਰ ਲਵੇ ਨਾ, ਕਮਾਈ, ਇਹ ਕਮਾਈ ਤਿੰਨ ਲੋਕਾਂ ਦੇ ਵਿੱਚ ਭੋਗੀ ਜਾਂਦੀ ਹੈ। ਧਰਤ, ਪਾਤਾਲ, ਆਕਾਸ਼, ਤਿੰਨ ਲੋਕ ਨੇ ਪਿਆਰਿਓ। ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਜੀਵ ਜੰਤੂ ਨੇ। ਧਰਤ ਤੇ ਅਸੀਂ ਆਪਾਂ ਕਿੰਨੇ ਜੀਵ ਜੰਤੂ ਰਹਿੰਦੇ ਆ, ਮਨੁੱਖ, ਪਸ਼ੂ ਪੰਛੀ, ਹੋਰ ਕਿੰਨੇ ਜੀਵ ਜੰਤੂ ਨੇ। ਪਾਤਾਲ ਦੇ ਵਿੱਚ ਕਿੰਨੇ ਜੀਵ ਜੰਤੂ ਨੇ, ਮੱਛੀਆਂ ਆਦਿਕ ਸਮੁੰਦਰੀ ਜੀਵ, ਹੋਰ ਬੜਾ ਕੁਝ ਹੈ। ਆਕਾਸ਼ ਦੇ ਵਿੱਚ ਕਿੰਨੇ ਜੀਵ ਜੰਤੂ ਨੇ, ਸੂਖਸ਼ਮ ਜਿਹੜੇ ਦਿਸਦੇ ਨਹੀਂ, ਤੇ ਵਿਗਿਆਨ ਅੱਜ ਉਹਨਾਂ ਨੂੰ ਸਿੱਧ ਕਰਦੀ ਹੈ। ਮਹਾਰਾਜ ਜੀ ਕਹਿੰਦੇ ਇਹ ਤਿੰਨ ਲੋਕ ਨੇ, ਧਰਤ, ਪਾਤਾਲ, ਆਕਾਸ਼। ਜੇਕਰ ਮਨੁੱਖਾ ਸਰੀਰ ਦੇ ਨਾਲ ਸ਼ੁਭ ਕਰਮ ਕਮਾਏ ਜਾਣ ਨਾ, ਕਮਾਈ ਕੀਤੀ ਜਾਵੇ, ਤਿੰਨ ਲੋਕਾਂ 'ਚ ਚੱਲਦੀ ਹੈ ਇਹ। ਮਹਾਰਾਜ ਜੀ ਕਹਿੰਦੇ ਮਨੁੱਖਾ ਸਰੀਰ ਨਾਲ ਸ਼ੁਭ ਕਰਮ ਕਮਾਇਆ, ਜੇ ਸੂਖਸ਼ਮ ਜੀਵ ਬਣ ਗਿਆ ਤੂੰ, ਆਕਾਸ਼ ਦੇ ਵਿੱਚ ਰਹਿਣ ਵਾਲਾ, ਜਿਹੜਾ ਅੰਨਾ ਅੱਖਾਂ ਨਾਲ ਨਹੀਂ ਦੀਂਦਾ, ਮਹਾਰਾਜ ਜੀ ਕਹਿੰਦੇ ਉੱਥੇ ਵੀ ਤੂੰ ਸੁੱਖ ਭੋਗੇਗਾ, ਕਿਉਂਕਿ ਕਮਾਈ ਚੰਗੀ ਕੀਤੀ ਹੈ। ਜੇ ਧਰਤੀ ਤੇ ਕਿਸੇ ਜੀਵ ਦੇ ਰੂਪ ਵਿੱਚ ਆ ਗਿਆ, ਸੁੱਖ ਭੋਗੇਗਾ। ਪਤਾਲ ਦੇ ਵਿੱਚ ਕਿਸੇ ਜੀਵ ਦੇ ਰੂਪ ਵਿੱਚ ਜਨਮ ਲੈ ਲਿਆ, ਸੁੱਖ ਭੋਗੇਗਾ। ਭਾਵ ਕਿ ਤਿੰਨਾਂ ਲੋਕਾਂ ਵਿੱਚ ਇਹ ਭੋਗੀ ਜਾਂਦੀ ਹੈ ਇਹਦੀ ਕੀਤੀ ਕਮਾਈ, ਸਰੀਰ ਨਾਲ ਕੀਤੀ ਕਮਾਈ। ਹੁਣ ਵੇਖੋ ਅਸੀਂ ਇਹਨੂੰ ਕਿਵੇਂ ਨਸ਼ਿਆਂ ਪੱਤਿਆਂ ਦੇ ਵਿੱਚ ਗਲਤਾਨ ਕਰਕੇ ਨਸ਼ਟ ਕਰ ਰਹੇ ਹਾਂ। ਹੈ ਕੋਈ ਬਸ ਇੱਥੋਂ ਦਾ ਸਵਾਦ ਹੀ ਹੈ ਇਕੱਲਾ ਕਿ ਐਸ ਪ੍ਰਸਤੀ ਕਰ ਲਈ। ਆ ਸਰੀਰ ਤਾਂ ਕਰੀ ਜਾਏਗਾ ਇਸ ਪ੍ਰਸਤੀ, ਹਿਸਾਬ ਤਾਂ ਆਤਮਾ ਦੇ ਨਾਲ ਹੋਣਾ ਨਾ, ਜਿਹੜੀ ਇਹਦੇ ਵਿੱਚੋਂ ਨਿਕਲ ਕੇ ਜਾਏਗੀ ਕਿ ਕਿੰਨਾ ਕੁ ਖੱਟਿਆ ਤੇ ਕਿੰਨਾ ਕੁ ਗਵਾਇਆ। ਐਸੇ ਅਤ ਉਤਮ ਸਰੀਰ ਨੂੰ ਨਾ ਮਹਾਰਾਜ ਜੀ ਕਹਿੰਦੇ ਭਾਈ ਅਤੀ ਕਸ਼ਟ ਦੇ ਕਰ ਨਸ਼ਟ ਕਰ ਦੇਣਾ,
ਇਸ ਬ੍ਰਹਮ ਹੱਤਿਆ ਤੋਂ ਵੱਧ ਕੇ ਹੋਰ ਕਿਹੜਾ ਮਹਾਪਾਪ ਹੈ। ਮਹਾਰਾਜ ਕਹਿੰਦੇ ਹੋਰ ਜੋ ਬ੍ਰਾਹਮਣਾਂ ਨੇ ਸਵੈ ਰਚਿਤ ਪੋਥੀਆਂ ਵਿੱਚ ਇਹ ਲਿਖ ਰੱਖਿਆ ਕਿ ਸਤੀ ਹੋਣ ਨਾਲ ਇਸਤਰੀ ਆਪਣੇ ਉਸੇ ਪਤੀ ਸਾਥ 10,000 ਵਰਸ਼ ਸੁਰਗ ਦੇ ਵਿੱਚ ਨਿਵਾਸ ਕਰਦੀ ਹੈ। ਸਤੀ ਪ੍ਰਥਾ ਪਤਾ ਕਿਉਂ ਚੱਲੀ ਸੀ ਪਿਆਰਿਓ? ਕਈ ਅਖੌਤੀ ਪੋਥੀਆਂ ਦੇ ਵਿੱਚ ਬ੍ਰਾਹਮਣਾਂ ਨੇ ਮਨੂ ਸਿਮਰਤੀ ਮਨੂਵਾਦੀਆਂ ਨੇ ਲਿਖਿਆ ਹੋਇਆ ਹੈ ਕਿ ਜੇਕਰ ਕਿਸੇ ਬੀਬੀ ਦਾ ਪਤੀ ਚਲਿਆ ਜਾਏ, ਉਹਦੀ ਪਤਨੀ ਉਹਦੇ ਨਾਲ ਜਿਉਂਦੇ ਜੀ ਆਪਣੇ ਆਪ ਨੂੰ ਸਾੜ ਕੇ ਸਤੀ ਕਰ ਲੈਂਦੀ ਹੈ। ਕਹਿੰਦੇ ਆਪਣੇ ਉਸੇ ਪਤੀ ਦੇ ਨਾਲ 10,000 ਵਰਸ਼ 10,000 ਸਾਲ ਸੁਰਗ ਦੇ ਵਿੱਚ ਨਿਵਾਸ ਕਰਦੀ ਹੈ। ਭਾਵ ਕਿ ਇਹ ਡਰਾਇਆ ਹੋਇਆ ਸੀਗਾ। ਔਰਤ ਜਾਤ ਨੂੰ ਗੁਲਾਮ ਬਣਾਇਆ ਹੋਇਆ ਸੀ। ਉਹਨਾਂ ਦਾ ਮੰਨਣਾ ਸੀ ਕਿ ਕੱਲੀ ਔਰਤ ਮਨੁੱਖ ਤੋਂ ਬਿਨਾਂ ਜੀਵਨ ਜਿਉ ਨਹੀਂ ਸਕਦੀ ਹੈ, ਉਹਨੂੰ ਜੱਗ ਵਿੱਚ ਰਹਿਣਾ ਔਖਾ ਹੈ। ਇਹ ਕੀ ਸੀ? ਗੁਲਾਮ, ਕਿ ਕੱਲਾ ਮਨੁੱਖ ਕਰਕੇ। ਹੁਣ ਅੱਜ ਦੇਖੋ ਕੈਸਾ ਸਮਾਂ, ਕਈ ਬੀਬੀਆਂ ਨਾ ਆਪਣੇ ਪਤੀ ਤੋਂ ਬਿਨਾਂ ਕਿੰਨਾ ਸੋਹਣਾ ਜੀਵਨ ਜਿਉਂਦੀਆਂ ਨੇ, ਐ ਉਂਗਲ ਨਹੀਂ ਕਰਨ ਦਿੰਦੀਆਂ ਆਪਣੇ ਜੀਵਨ ਬਣੀ। ਉਹ ਕਿੰਨਾ ਕਮਾਲ ਦਾ ਜੀਵਨ, ਬੱਚੇ ਵੀ ਪਾਲ ਲੈਂਦੀਆਂ ਨੇ, ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ। ਤੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਇਹ ਆਖਿਆ ਭਾਈ ਜੇ ਮਰਦ ਇੱਥੇ ਸਮਾਜ ਦੇ ਵਿੱਚ ਪ੍ਰਧਾਨ ਹੈ ਤਾਂ ਔਰਤ ਵੀ ਪ੍ਰਧਾਨ ਹੈ। ਕਿਤੇ ਨਾ ਕਿਤੇ ਸਾਡਾ ਜਿਹੜਾ ਅੱਜ ਵੀ ਸਮਾਜ ਹੈ ਨਾ, ਇਹ ਮਰਦ ਪ੍ਰਧਾਨ ਮੰਨਿਆ ਕਿ ਮਰਦ ਹੀ ਸਾਰਾ ਕੁਝ ਕਰ ਸਕਦਾ। ਪਰ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਈਆਦ। ਔਰਤਾਂ ਮਹਾਰਾਜ ਜੀ ਕਹਿੰਦੇ ਬੋਧੀਆਂ ਵਿਚਾਰਵਾਨ ਹੋ ਗਈਆਂ, ਚਲਾਕ ਚਤਰ ਚਲਾਕ ਹੋ ਗਈਆਂ, ਤੇ ਪੁਰਸ਼ ਕਹਿੰਦੇ ਨਸ਼ੇ ਪੱਤਿਆਂ ਵਿੱਚ ਕਾਮਲੇ ਬੋਲੇ ਹੋ ਗਏ, ਸਈਆਦ ਹੋ ਗਏ। ਪੱਤ ਚੱਲੀ ਘਰ ਆਪਣੇ, ਪੱਤ ਆਪਣੇ ਘਰ ਨੂੰ ਚਲੀ ਗਈ ਖੰਭ ਲਾ ਕੇ। ਮਹਾਰਾਜ ਜੀ ਕਹਿੰਦੇ ਅੱਜ ਦੇਖੋ ਔਰਤ ਕੀ ਨਹੀਂ ਕਰ ਸਕਦੀ। ਅੱਜ ਬਹੁਤਾਤ ਦੇ ਵਿੱਚ ਐਸਾ ਸਮਾਂ ਆ ਗਿਆ, ਬੰਦਾ ਵਿਹਲਾ ਖਾਈ ਜਾਂਦਾ ਤੇ ਔਰਤ ਕਮਾਉਂਦੀ ਹੈ। ਸੋ ਕਹਿਣ ਤੋਂ ਭਾਵ ਮਹਾਰਾਜ ਜੀ ਕਹਿੰਦੇ ਭਾਈ ਇਹ ਅੱਗੇ ਗੁਲਾਮੀ ਦੀ ਨਿਸ਼ਾਨੀ ਸੀ, ਤਾਂ ਸਤੀ ਪ੍ਰਥਾ ਜਿਹੜੀ ਹੈ ਇਹ ਸ਼ੁਰੂ ਕੀਤੀ ਸੀ। ਮਹਾਰਾਜ ਕਹਿੰਦੇ ਲਾਲਚ ਦਿੱਤਾ ਹੋਇਆ ਸੀ ਕਿ ਜਿਹੜੀ ਪਤਨੀ ਆਪਣੇ ਪਤੀ ਦੇ ਮਰਨ ਤੋਂ ਬਾਅਦ ਨਾਲ ਸਤੀ ਹੁੰਦੀ ਹੈ ਨਾ, ਉਹ 10,000 ਸਾਲ ਸੁਰਗ ਦੇ ਵਿੱਚ ਆਪਣੇ ਪਤੀ ਨਾਲ ਨਿਵਾਸ ਕਰਦੀ ਹੈ। ਮਹਾਰਾਜ ਜੀ ਕਹਿੰਦੇ ਝੂਠ ਹੈ। ਇਹ ਲਾਲਚ ਐਸਾ ਦੱਸਣਾ ਹੈ ਜਿਵੇਂ ਬਾਲਕ ਨੂੰ ਲੱਡੂ ਦੇਣ ਦਾ ਬਚਨ ਕਰਕੇ ਨਾ ਨਿੰਮ ਪਲਾਈਦਾ। ਬਾਲਕ ਨੂੰ ਕਿਸੇ ਬੱਚੇ ਨੂੰ ਕਹਿ ਦਈਏ ਤੈਨੂੰ ਲੱਡੂ ਦੇਵਾਂਗੇ ਤੇ ਪਿਆ ਉਹਨੂੰ ਕੌੜਾ ਨਿੰਮ ਦਿੱਤਾ ਜਾਵੇ। ਮਹਾਰਾਜ ਜੀ ਕਹਿੰਦੇ ਤਾਂ ਐਸਾ ਹੈ। ਸੋ ਇਸ ਕਰਕੇ ਭਾਈ ਸਿੱਖੋ, ਮਹਾਰਾਜ ਜੀ ਕਹਿਣ ਲੱਗੇ 10ਵੇਂ ਪਾਤਸ਼ਾਹ ਕਹਿੰਦੇ ਭਾਈ ਸਿੱਖੋ ਅਗਿਆਨੀ ਵਹਿਮੀ ਪੁਰਖ ਦੀ ਕਦੇ ਕਲਿਆਣ ਨਹੀਂ ਹੁੰਦੀ। ਆਹ ਬਚਨ ਸੁਣ ਲਈ ਆਪਾਂ ਵੀ ਭਾਈ, ਸਾਰੇ ਮਾਈਆਂ ਬੀਬੀਆਂ ਭੈਣ ਭਰਾ। ਮਹਾਰਾਜ ਕਲਗੀਧਰ ਦੇ ਬਚਨ ਨੇ ਆਗਰੇ ਦੀ ਧਰਤੀ ਤੇ। ਸਤਿਗੁਰ ਕਹਿਣ ਲੱਗੇ ਸਿੱਖੋ ਅਗਿਆਨੀ, ਅਗਿਆਨੀ ਕੌਣ ਹੈ? ਜਿਹੜਾ ਗਿਆਨ ਤੋਂ ਹੀਣ ਹੈ। ਆਪਣੇ ਜੀਵਨ ਆਪਣੇ ਆਤਮਿਕ ਜੀਵਨ ਦੇ ਗਿਆਨ ਤੋਂ ਜਿਹੜਾ ਹੀਣ ਹੈ ਅਗਿਆਨੀ ਹੈ। ਜਿਹੜਾ ਅਗਿਆਨੀ ਹੈ ਨੰਬਰ 1। ਨੰਬਰ 2 ਜਿਹੜਾ ਵਹਿਮੀ ਹੈ, ਵਹਿਮ ਦੇ ਵਿੱਚ ਸਾਰਾ ਜੀਵਨ ਜਿਉਂਦਾ ਹੈ, ਜੀਵਨ ਦੇ ਵਿੱਚ ਹਰ ਗੱਲ ਤੇ ਵਹਿਮ ਕਰਦਾ ਹੈ। ਮਹਾਰਾਜ ਜੀ ਕਹਿੰਦੇ ਉਹ ਜੋ ਮਰਜ਼ੀ ਕਰਦਾ ਰਹੇ, ਪਾਠ ਪੂਜਾ ਪੁੰਨ ਦਾਨ, ਮਹਾਰਾਜ ਜੀ ਕਹਿੰਦੇ ਕਦੇ ਕਲਿਆਣ ਨਹੀਂ ਹੁੰਦੀ ਉਹਦੀ, ਕਦੇ ਉਹਨੂੰ ਢੋਈ ਨਹੀਂ ਮਿਲਣੀ, ਕਿਤੇ ਨਹੀਂ ਮਿਲਣੀ। ਤੇ ਜਿਹੜਾ ਕੁਝ ਜਿਹੜੇ ਬਚਨ ਸਤਿਗੁਰੂ ਨੇ ਕਰ ਦਿੱਤੇ ਨਾ, ਉਹਨਾਂ ਬਚਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸੱਚ ਹੀ ਸੱਚ ਹੈ ਪਿਆਰਿਓ। ਹੁਣ ਇਹ ਆਪਾਂ ਵੇਖ ਲਈ ਅੱਜ ਦੇ ਜਿਹੜੇ ਆਪਾਂ ਹੁਣ ਵਿਚਾਰ ਰਹੇ ਹਾਂ, ਸੁਣ ਰਹੇ ਹਾਂ, ਕਿ ਜੇ ਤੇ ਅਸੀਂ ਅਗਿਆਨੀ ਹੈ
ਤੇ ਨਾਲ ਵਹਿਮ ਹੈ ਸਾਡੇ ਅੰਦਰ, ਤਾਂ ਸੱਚ ਜਾਣਿਓ ਜਿੰਨੇ ਮਰਜੀ ਗੁਰਦੁਆਰਿਆਂ 'ਚ ਨੱਕ ਰਗੜ ਲਈਏ, ਪਾਠ ਕਰ ਲਈਏ ਤੇ ਕਰਾ ਲਈਏ, ਜਿੰਨੀਆਂ ਮਰਜੀ ਮਸੀਤਾਂ ਦੀ ਪੂਜਾ ਕਰ ਲਈਏ, ਪੀਰਖਾਨਿਆਂ ਨੂੰ ਪੂਜ ਲਈਏ, ਵੱਡੇ ਜਪ ਤਪ ਕਰ ਲਈਏ, ਕਰਾ ਲਈਏ, ਕਿਤੇ ਕਲਿਆਣਤਾ ਨਹੀਂ ਹੋਏਗੀ। ਮਹਾਰਾਜ ਦੇ ਬਚਨ ਕਰ ਦਿੱਤੇ, ਕਹਿੰਦੇ ਅਗਿਆਨੀ ਵਹਿਮੀ ਪੁਰਖ ਦੀ ਕਦੇ ਕਲਿਆਣ ਨਹੀਂ ਹੁੰਦੀ ਭਾਈ। ਇਸ ਤੋਂ ਪਰੇ ਅਗਿਆਨ ਤੇ ਬੇਸਮਝੀ ਕੀ ਹੋ ਸਕਦੀ ਹੈ। ਹੁਣ ਆਪਾਂ ਅਗਿਆਨੀ ਹਾਂ ਪਿਆਰਿਓ ਸਾਰੇ, ਅਸੀਂ ਵੀ ਤੁਹਾਡੇ ਵਿੱਚ ਹੀ ਆ ਜਾਂਦੇ ਹਾਂ। ਕੀ ਆਪਾਂ ਨੂੰ ਜੀਵਨ ਜਿਉਣ ਦਾ ਗਿਆਨ ਹੈ ਕਿ ਸਾਡਾ ਜੀਵਨ, ਸਾਨੂੰ ਆਹ ਸਰੀਰ ਕਿਉਂ ਮਿਲਿਆ? ਨਹੀਂ, ਬਸ ਇੱਕੋ ਹੀ ਗੱਲ ਹੈ, ਬੱਚੇ ਜੰਮ ਲਓ, ਖਾ ਲਓ, ਪੀ ਲਓ, ਹੰਢਾ ਲਓ, ਆਹੀ ਪਤਾ ਹੈ ਸਾਨੂੰ। ਇਹੀ ਸਮਝ ਲਿਆ ਕਿ ਸਾਡਾ ਜੀਵਨ ਇਹੀ ਹੈ, ਪਰ ਇਹ ਤੋਂ ਪਰੇ ਵੀ ਕੁਝ ਹੈ। ਇਹ ਤਾਂ ਜੀਵਨ ਦਾ ਵਿਹਾਰ ਚਲਾਉਣ ਵਾਸਤੇ ਹੈ, ਬੱਚਿਆਂ ਨੂੰ ਪੈਦਾ ਕਰਨਾ ਤੇ ਵਸਤੂਆਂ ਦੇ ਆਨੰਦ ਮਾਣਨੇ, ਐਸ ਪ੍ਰਸਤੀਆਂ ਕਰਨੀਆਂ ਤਾਂ ਜੀਵਨ ਆ ਸਰੀਰ ਦਾ ਵਿਹਾਰ ਚਲਾਉਣ ਵਾਸਤੇ ਸਾਧਨ ਨੇ। ਆਤਮਾ ਦਾ ਸਾਧਨ ਤਾਂ ਕੁਝ ਹੋਰ ਹੈ ਨਾ। ਮਹਾਰਾਜ ਜੀ ਕਹਿੰਦੇ ਇਹ ਅਗਿਆਨਤ ਹੈ। ਤੇ ਜੇ ਵਹਿਮ ਦੀ ਗੱਲ ਕਰੀਏ, ਵਹਿਮ ਤਾਂ ਸਾਡੇ ਅੰਦਰ ਬੜਾ ਹੈ ਪਿਆਰਿਓ। ਅਸੀਂ ਨਾਲੇ ਗੁਰੂ ਕੇ ਸਿੱਖ ਅਖਵਾਉਂਦੇ, ਮੇਰੇ ਵਰਗਾ ਬਾਣੀ ਪੜ੍ਹਨ ਵਾਲਾ, ਕਥਾ ਕਰਨ ਵਾਲਾ, ਸੁਣਾਉਣ ਵਾਲਾ, ਸੁਣਨ ਵਾਲਾ, ਆਪਾਂ ਸਾਰੇ ਕਿੰਨੇ ਵਹਿਮੀ ਹੈ। ਆ ਤੁਰੇ ਜਾਂਦੇ ਨੂੰ ਕੋਈ ਸਰੀਰ ਦੇ ਵਿੱਚ ਕੋਈ ਘਾਟ ਬਾਧ ਹੋ ਗਈ, ਸਿੱਕ ਆ ਗਈ, ਤੁਰਨ ਲੱਗਿਆ ਸੀ ਕਹਿੰਦੇ ਰੁਕ ਜਾਓ ਸਿੱਕ ਆ ਗਈ, ਕੰਮ ਨਹੀਂ ਬਣਨਾ, ਇਹ ਵਹਿਮ ਹੈ। ਤੁਰਨ ਲੱਗੇ, ਰਸਤੇ 'ਚ ਬਿੱਲੀ ਆ ਗਈ, ਅਸੀਂ ਕਹਿੰਦੇ ਰੁਕ ਜਾਓ, ਕਿਉਂ? ਕਿ ਬਿੱਲੀ ਰਾਹ ਕੱਟ ਗਈ, ਕੰਮ ਨਹੀਂ ਬਣਨਾ। ਮੈਂ ਤੇ ਕਹਿੰਦਾ ਹੁੰਦਾ ਕਿ ਬਿੱਲੀ ਤੋਂ ਕੌਣ ਡਰਦਾ ਹੁੰਦਾ? ਚੂਹਾ ਡਰਦਾ ਹੁੰਦਾ ਨਾ, ਫਿਰ ਤਾਂ ਆਪਾਂ ਚੂਹੇ ਹੋ ਗਏ। ਬਿੱਲੀ ਤੋਂ ਤੇ ਚੂਹਾ ਡਰਦਾ ਹੈ, ਆਪਾਂ ਏਡੇ ਵੱਡੇ ਇਨਸਾਨ ਹੋ ਕੇ ਡਰਦੇ ਹਾਂ। ਆਪਾਂ ਮੱਥੇ ਵੱਟ ਪਾਉਣੇ ਆ ਕਿ ਬਿੱਲੀ ਕਿੱਧਰੋਂ ਰਾਹ ਕੱਟ ਗਈ, ਮੇਰਾ ਕੰਮ ਨਹੀਂ ਬਣਨਾ। ਹੋ ਸਕਦਾ ਬਿੱਲੀ ਮੱਥੇ ਵੱਟ ਪਾਉਂਦੀ ਹੋਵੇ ਕਿ ਕਿੱਧਰੋਂ ਕਲਹਿਣਾ ਮੱਥੇ ਲੱਗਿਆ, ਅੱਜ ਚੂਹਾ ਨਹੀਂ ਮਿਲਣਾ, ਕੋਈ ਸ਼ਿਕਾਰ ਨਹੀਂ ਮਿਲਣਾ। ਇਹ ਵਹਿਮ ਹੈ, ਇਹ ਸਾਰੇ ਵਹਿਮ ਨੇ। ਐ ਹੋ ਜਾਏਗਾ, ਉਹ ਹੋ ਜਾਏਗਾ। ਸੋ ਮਹਾਰਾਜ ਜੀ ਕਹਿੰਦੇ ਭਾਈ ਨਹੀਂ ਕਲਿਆਣਤਾ ਹੁੰਦੀ। ਇਸ ਤੋਂ ਪਰੇ ਅਗਿਆਨਤਾ ਹੋਰ ਕੀ ਹੋ ਸਕਦੀ ਹੈ, ਬੇਸਮਝੀ ਕੀ ਹੋ ਸਕਦੀ ਹੈ। ਮਹਾਰਾਜ ਕਹਿੰਦੇ ਜੋ ਪ੍ਰਤੱਖ ਦੇ ਭੋਗ ਨੇ, ਸੁੱਖ ਜਿਉਣ ਨੂੰ ਛੱਡ ਕੇ ਪਰੋਖ ਵਸਤੂ ਦੀ ਇੱਛਾ ਕਰਨੀ, ਇਹ ਤਾਂ ਸਿੱਪੀ ਦੇ ਰੁੱਪੇ ਪਿੱਛੇ ਭੱਜਣਾ ਹੈ। ਮਹਾਰਾਜ ਜੀ ਕਹਿੰਦੇ ਇਹ ਤਾਂ ਹਿਮਾਲੇ ਵਿੱਚ ਗਲਣਾ, ਕਰਬਤ ਲੈਣਾ, ਕੁੰਦੀ ਕਰਵਾਉਣਾ, ਸਤੀ ਹੋਣਾ। ਆ ਜਿਹੜੇ ਨਾ ਪਿਆਰਿਓ ਦੱਸੇ ਐ ਸਨਾਤਨ ਧਰਮ ਦੀਆਂ ਰੀਤੀਆਂ ਨੇ ਸਾਰੀਆਂ। ਹਿਮਾਲਿਆ ਦੇ ਵਿੱਚ ਗਲਣਾ, ਭਾਵ ਬਰਫ਼ ਦੇ ਵਿੱਚ ਆਪਣੇ ਆਪ ਨੂੰ ਗਾਲ ਲੈਣਾ, ਕਹਿੰਦੇ ਤਾਂ ਮੁਕਤੀ ਹੋਏਗੀ। ਫਿਰ ਉਹ ਕਰਬਤ ਲੈਣਾ, ਕਰਬਤ ਕਾਂਸੀ ਦੇ ਵਿੱਚ ਨਾ, ਇੱਕ ਬਨਾਰਸ ਦੇ ਵਿੱਚ ਆਰਾ ਮੰਨਿਆ ਸੀ ਪੁਰਾਤਨ ਸਮੇਂ, ਕਿ ਜਿਹੜਾ ਕੋਈ ਇੱਥੇ ਆ ਕੇ ਆਪਣੇ ਆਪ ਨੂੰ ਇਸ ਆਰੇ ਦੇ ਨਾਲ ਚਰਵਾਏਗਾ, ਉਹਨੂੰ ਸਵਰਗ ਮਿਲੇਗਾ। ਬੜੇ ਕਾਮਲੇ ਲੋਕੀ ਚਲੇ ਜਾਂਦੇ, ਬ੍ਰਾਹਮਣ ਆਪ ਕੋਈ ਨਹੀਂ ਸੀ ਮਰਦਾ ਤੇ ਆਮ ਲੋਕੀ ਮਰੀ ਜਾਂਦੇ ਆਰੇ ਨਾਲ ਚਰਵਾ ਕੇ ਆਪਣੇ ਆਪ ਨੂੰ। ਤੇ ਬਾਹਮਣ ਨੂੰ ਸਾਡੇ ਵਰਗੇ ਨੇ ਕਦੇ ਸਵਾਲ ਨਹੀਂ ਸੀ ਪੁੱਛਿਆ ਕਿ ਤੂੰ ਆਪਣੇ ਆਪ ਨੂੰ ਆਰੇ ਨਾਲ ਚਰਵਾਉਂਦੇ ਹੀ ਨਹੀਂ, ਕੀ ਗੱਲ ਤੈਨੂੰ ਸਵਰਗ ਨਹੀਂ ਚਾਹੀਦਾ? ਪਰ ਨਹੀਂ, ਅੱਜ ਵੀ ਏਦਾਂ ਹੀ ਆ ਨਾ, ਕਿਸੇ ਨੂੰ ਸਵਾਲ ਨਹੀਂ ਪੁੱਛਦੇ ਸੀ। ਮਹਾਰਾਜ ਕਹਿੰਦੇ ਕਰਬਤ ਲੈਣਾ, ਕੁੰਦੀ ਕਰਾਉਣਾ, ਸਤੀ ਹੋਣਾ ਇਤਿਆਦਿਕ ਇਹ ਮੌਤਾਂ ਕੇਵਲ ਇਸ ਇਸਤਰੀ ਪੁਰਖ ਦਾ ਸਰਬੰਸ ਹਰ ਲੈਣ ਵਾਸਤੇ ਨਾ। ਮਹਾਰਾਜ ਜੀ ਕਹਿੰਦੇ ਵਿਪਰਾਂ ਨੇ ਭਾਈ ਲਿਖ ਰੱਖੀਆਂ, ਵਿਪਰ ਬ੍ਰਾਹਮਣਾਂ ਨੇ ਲਿਖ ਰੱਖੀਆਂ, ਕਿਉਂਕਿ ਇਹਨਾਂ ਮੌਤਾਂ ਨਾਲ ਮਰਨ ਵਾਲਿਆਂ ਤੋਂ ਵਿਪਰ ਜ਼ਰੂਰ ਦਸਵੰਧ ਦਾਨ ਕਰਾ ਲੈਂਦੇ ਨੇ। ਉਹਨਾਂ ਨੂੰ ਪਤਾ ਹੈ ਕਿ ਜੇ ਇੱਕ ਮਰ ਗਿਆ, ਉਹਦੇ ਨਾਲ ਸਤੀ ਹੋਣ ਨੂੰ ਕਹਿ ਦਿੱਤਾ ਤਾਂ ਦੁੱਗਣਾ ਅਸੀਂ ਕੁਝ ਲਵਾਂਗੇ। ਹੁਣ ਮੇਰੇ ਵਰਗਾ ਤੁਹਾਨੂੰ ਆਖੇ
ਕਿ ਭਾਈ ਤੁਹਾਨੂੰ ਤਾਂ ਆਹ ਪਾਠ ਕਰਾਉਣਾ ਪਏਗਾ, ਫੇਰ ਸਵਰਗ ਮਿਲੇਗਾ। ਹੁਣ ਜੇ ਤੇ ਤੁਸੀਂ ਅਗਿਆਨੀ ਹੋਏ, ਬੁੱਝੜ ਹੋਏ, ਫਿਰ ਤੇ ਮੇਰੇ ਮਗਰ ਲੱਗ ਜਾਓਗੇ। ਤੇ ਜੇ ਗਿਆਨ ਹੋਇਆ ਫਿਰ ਤੁਸੀਂ ਆਖੋਗੇ ਜੋ ਭਾਈ ਚਲੋ ਸਮਾਜ ਦੀ ਰੀਤੀ ਅਨੁਸਾਰ ਥੋੜਾ ਬਹੁਤਾ ਕਰ ਲੈਂਦੇ, ਨਹੀਂ ਤੇ ਮੁਕਤੀ ਤਾਂ ਉਹਦੇ ਕਰਮ ਦੇ ਅਨੁਸਾਰ ਮਿਲਣੀ ਹੈ। ਅੱਜ ਜਿਹੜੇ ਵੇਦ ਸ਼ਾਸਤਰ, ਭਾਵੇਂ ਅਸੀਂ ਗੁਰਬਾਣੀ ਦੇ ਪਾਠ ਕਰਾਉਂਦੇ ਹਾਂ, ਕਿਸੇ ਵੀ ਧਰਮ ਦੇ ਪਿਆਰਿਓ, ਮਰਨ ਤੋਂ ਬਾਅਦ ਸੱਚ ਜਾਣਿਓ ਇਹਨਾਂ ਨਾਲ ਮੁਕਤੀ ਨਹੀਂ ਹੁੰਦੀ ਮਰਨ ਵਾਲੇ ਦੀ, ਕਿਉਂਕਿ ਮਰਨ ਵਾਲਾ ਤਾਂ ਚਲਿਆ ਗਿਆ। ਇਹ ਗੁਰੂ ਸਾਹਿਬ, ਫਿਰ ਆਪਾਂ ਆਖਾਂਗੇ ਸਾਡੇ 'ਚ ਰੀਤ ਕਿਉਂ ਹੈ ਪਾਠ ਕਰਾਉਣ ਦੀ। ਦਰਅਸਲ ਇਹ ਗੁਰੂ ਸਾਹਿਬ ਜੀ ਨੇ ਰੀਤ ਚਲਾਈ ਸੀ ਕਿ ਜਦੋਂ ਕੋਈ ਕਿਸੇ ਦੇ ਘਰ ਦੇ ਵਿੱਚ ਮਰ ਜਾਂਦਾ ਹੈ ਨਾ, ਉਹਨੂੰ ਦੁੱਖ ਹੁੰਦਾ ਹੈ, ਉਹ ਰੋਣਾ ਪਿੱਟਣਾ ਕਰਦਾ ਹੈ। ਮਹਾਰਾਜ ਜੀ ਕਹਿੰਦੇ ਰੋਣ ਪਿੱਟਣ ਦੀ ਬਜਾਏ ਆਹ ਬਾਣੀ ਨੂੰ ਪੜ੍ਹ ਕੇ ਸਮਝ ਕੇ ਗਿਆਨ ਪ੍ਰਾਪਤ ਕਰ ਲੇ। ਅਸਲੀ ਭਾਵ ਤਾਂ ਇਹਦਾ ਇਹ ਹੈ, ਆਪਾਂ ਕਰ ਲਿਆ ਕਿ ਮੁਕਤ ਹੋ ਜਾਏਗਾ, ਸੱਚ ਜਾਣਿਓ ਨਹੀਂ ਹੋਏਗਾ। ਅਸੀਂ ਪਾਠ ਕਰਦੇ ਤਾਂ ਹਾਂ, ਕਿਉਂਕਿ ਸਾਡੀਆਂ ਆਪਣੀਆਂ ਮਜਬੂਰੀਆਂ ਬਣ ਜਾਂਦੀਆਂ, ਨਹੀਂ ਹੋਏਗਾ। ਹੁਣ ਸਾਰੀ ਜ਼ਿੰਦਗੀ ਤਾਂ, ਸਾਰਾ ਜੀਵਨ ਤਾਂ ਉਹਨੇ ਕੋ ਕਰਮ ਕਰਕੇ ਬਤੀਤ ਕੀਤਾ, ਤੇ ਮਰਨ ਤੋਂ ਬਾਅਦ ਪਾਠ ਦੇ ਨਾਲ ਕਿਵੇਂ ਉਹਦੀ ਮੁਕਤੀ ਹੋ ਜਾਣੀ ਹੈ? ਨਹੀਂ ਹੋਏਗੀ, ਕਿਤੇ ਨਹੀਂ ਲਿਖਿਆ ਇਹ ਪਿਆਰਿਓ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਤਾਂ ਨਾ ਤੁਹਾਡੇ ਕਮਾਈ ਨੂੰ, ਦਸਵੰਧ ਨੂੰ ਲੁੱਟਣ ਵਾਸਤੇ ਦਾਨ ਕਰਾਉਣ ਦੇ ਬਹਾਨੇ ਮਹਾਰਾਜ ਜੀ ਕਹਿੰਦੇ ਘੜੇ ਹੋਏ ਨੇ ਵਿਪਰਾਂ ਨੇ। ਤਾਂ ਹੀ ਤਾਂ ਸਤਿਗੁਰਾਂ ਨੇ ਆਖਿਆ, ਤੀਸਰੇ ਪਾਤਸ਼ਾਹ ਜੀ ਨੇ ਬਚਨ ਕੀ ਕੀਤਾ ਸੀ ਜਦੋਂ ਸਤੀ ਪ੍ਰਥਾ ਦਾ ਵਿਰੋਧ ਕੀਤਾ ਸੀ। ਮਹਾਰਾਜ ਕਹਿੰਦੇ ਭਾਈ ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਨਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਮਹਾਰਾਜ ਜੀ ਕਹਿੰਦੇ ਭਾਈ ਅਸਲੀ ਸਤੀਆਂ ਇਹਨਾਂ ਨੂੰ ਨਾ ਆਖੋ ਜਿਹੜੀਆਂ ਆਪਣੇ ਪਤੀ ਦੀ ਚਿਖਾਟ ਦੇ ਵਿੱਚ ਮੱਚ ਜਾਂਦੀਆਂ, ਉਹ ਅਸਲੀ ਸਤੀਆਂ ਨਹੀਂ। ਤੇ ਆਪਾਂ ਪੁੱਛੀਏ ਮਹਾਰਾਜ ਹੋਰ ਕਿਹੜੀਆਂ ਨੇ? ਫਿਰ ਮਹਾਰਾਜ ਕਹਿੰਦੇ ਨਾਨਕ ਸਤੀਆਂ ਜਾਣੀਆਂ, ਅਸਲੀ ਸਤੀਆਂ ਤਾਂ ਉਹ ਨੇ ਜੇ ਬਿਰਹੇ ਚੋਟ ਮਰਨ, ਜਿਹੜੀਆਂ ਆਪਣੇ ਪ੍ਰੀਤਮ ਵਾਹਿਗੁਰੂ ਅੱਲਾ ਖੁਦਾ ਰਾਮ ਗੌੜ ਦੇ ਪ੍ਰੇਮ ਦੇ ਵਿੱਚ ਜਿਉਂਦੀਆਂ ਨੇ ਤੇ ਆਪਣੇ ਆਪ ਨੂੰ ਅੰਦਰੋਂ ਹੰਕਾਰ ਨੂੰ ਮਾਰ ਲੈਂਦੀਆਂ। ਅਸਲੀ ਸਤੀਆਂ ਤਾਂ ਉਹ ਨੇ, ਮਹਾਰਾਜ ਜੀ ਕਹਿੰਦੇ। ਇਹ ਸੱਚੇ ਸੁਖਦਾਈ ਬਚਨ ਸਤਿਗੁਰਾਂ ਤੋਂ, ਕਲਗੀਧਰ ਪਾਤਸ਼ਾਹ ਜੀ ਤੋਂ ਸੁਣ ਕੇ ਨਾ, ਉਸ ਦਿਨ ਤੋਂ ਗੁਰੂ ਕੇ ਸੇਵਕਾਂ ਨੇ ਆਤਮਘਾਤੀ ਰੀਤਾਂ ਸਭ ਤਿਆਗ ਦਿੱਤੀਆਂ ਤੇ ਨਿਸ਼ਚੇ ਧਾਰਨ ਕਰ ਲਿਆ ਕਿ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੰਮਣਾ ਤੇ ਮਰਨਾ ਉਹਦਾ ਹੁਕਮ ਹੈ, ਉਹਦੇ ਭਾਣੇ ਵਿੱਚ ਮਨੁੱਖ ਆਉਂਦਾ। ਇਹ ਪਹਿਲਾਂ ਨਹੀਂ ਸੀ ਮੰਨਿਆ ਜਾਂਦਾ। ਪਹਿਲਾਂ ਨਾ ਵਿਚਾਰੀ ਨੂੰ, ਬੀਬੀ ਨੂੰ ਗੁਲਾਮ ਬਣਾ ਕੇ ਉਹਨੂੰ ਨਾਲ ਜਿਉਂਦੀ ਨੂੰ ਸਾੜ ਦਿੱਤਾ ਜਾਂਦਾ ਸੀ। ਦੇਖ ਲਓ ਕਿੱਡੀ, ਕਈ ਬੀਬੀਆਂ ਵਿਰੋਧ ਵੀ ਕਰਦੀਆਂ, ਪਰ ਸਮਾਜ ਦੇ ਇਸੇ ਮਰਦ ਪ੍ਰਧਾਨ ਸਮਾਜ ਦੇ ਲੋਕ ਚੁੱਕ ਕੇ ਚਿਖਾ 'ਚ ਸਿੱਟ ਦਿੰਦੇ ਸੀ। ਉਹਨੂੰ ਮਰਨਾ ਹੀ ਮਰਨਾ ਪੈਂਦਾ ਸੀ ਪਿਆਰਿਓ। ਪਤੀ ਦੇ ਮਰਨ ਵੇਲੇ ਉਹਨੂੰ ਮਰਨਾ ਹੀ ਪੈਂਦਾ ਸੀ, ਪਤਨੀ ਨੂੰ। ਤੇ ਮਹਾਰਾਜ ਨੇ ਇਸ ਪ੍ਰਥਾ ਦਾ ਵਿਰੋਧ ਕੀਤਾ ਤੇ ਸਾਨੂੰ ਸਮਝਾਇਆ, ਓਏ ਕਾਮਲੇ ਮਨੁੱਖੋ, ਜੰਮਣਾ ਮਰਨਾ ਤਾਂ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ, ਉਹਦੇ ਭਾਣੇ ਵਿੱਚ ਆਉਂਦਾ ਹੈ। ਖਾਣਾ ਪੀਣਾ ਪਵਿੱਤਰ ਹੈ, ਦਿੱਤੌਣ ਰਿਜ਼ਕ ਸੰਭਾਹੇ। ਉਸ ਵਾਹਿਗੁਰੂ ਨੇ ਆ ਖਾਣਾ ਪੀਣਾ ਦਿੱਤਾ ਨਾ, ਜਿਹੜਾ ਇਹ ਸਾਰਾ ਪਵਿੱਤਰ ਹੈ। ਦਿੱਤੌਣ ਉਹਨੇ ਦਿੱਤਾ ਹੈ, ਰਿਜ਼ਕ ਸੰਭਾਹੇ, ਆਪਣੇ ਜੀਵਾਂ ਨੂੰ ਉਹਨੇ ਰਿਜ਼ਕ ਦੇ ਕੇ ਸੰਭਾਲਿਆ ਹੋਇਆ ਹੈ। ਇਉਂ ਮਹਾਰਾਜ ਜੀ ਨੇ ਉਸ ਬੀਬੀ ਨੂੰ ਵਰਜਣਾ ਕੀਤਾ। 10ਵੇਂ ਪਾਤਸ਼ਾਹ ਨੇ ਆਖਿਆ ਭਾਈ ਇਉਂ ਨਹੀਂ ਕਰਨਾ। ਇੱਥੇ ਇਹ ਪ੍ਰਸੰਗ ਸਮਾਪਤ ਹੁੰਦਾ ਹੈ। ਅੱਗੇ ਕੇਸ ਰੱਖਣੇ, ਸੰਗਤਾਂ ਨੂੰ ਉਪਦੇਸ਼ ਦੇਣਾ, ਇਬਰਾਹਿਮ ਦੀ, ਪਰਸ਼ੁਰਾਮ ਦੀ ਕਥਾ ਸੁਣਾਉਣੀ। ਇੱਕ ਦਿਨ ਬਹੁਤ ਸਿੱਖਾਂ ਨੇ ਨਾ ਜਦੋਂ ਗੁਰਮੰਤਰ ਲੈਤਾ ਗੁਰੂ ਦੇ ਕੋਲੋਂ,
ਤਾਂ ਸਭ ਨੂੰ ਕੱਛ ਕੇਸ ਰੱਖਣ ਦਾ ਹੁਕਮ ਹੋਇਆ। ਕੱਛ ਦਾ ਮਤਲਬ ਕਛਹਿਰਾ। ਆਖਿਆ ਭਾਈ ਕਛਹਿਰਾ ਜਤ ਸਤ ਦੀ ਨਿਸ਼ਾਨੀ ਹੈ, ਇਹ ਧਾਰਨ ਕਰਕੇ ਰੱਖਣਾ ਹੈ। ਕੇਸ ਗੁਰੂ ਕੀ ਮੋਹਰ ਹਨ, ਇਹਨਾਂ ਦਾ ਭਾਈ ਕਤਲ ਨਹੀਂ ਕਰਨਾ, ਭਾਵ ਬੇਅਦਬੀ ਨਹੀਂ ਕਰਨੀ ਹੈ। ਸਿੱਖਾਂ ਨੂੰ ਜਿਨ੍ਹਾਂ ਨੂੰ ਗੁਰਮੰਤਰ ਦਿੱਤਾ ਸੀ ਉਹਨਾਂ ਨੂੰ ਆਖਿਆ ਕਛਹਿਰਾ ਪਾਉਣਾ, ਕੇਸ ਰੱਖਣ ਦਾ ਹੁਕਮ ਕੀਤਾ। ਜਿਸ ਨੂੰ ਸੁਣ ਕੇ ਨਾ ਇੱਕ ਨੌ ਨਿਧਰਾਏ ਖੱਤਰੀ ਹੈ, ਕਪੂਰੇ ਜੜੀਏ ਨੇ ਬੇਨਤੀ ਕੀਤੀ। ਕਪੂਰੇ ਦੀ ਜੜ ਦੇ ਵਿੱਚੋਂ ਹੈ, ਜਿਹੜਾ ਕਪੂਰਾ ਸੀ ਨਾ ਚੌਧਰੀ ਕੋਟ ਕਪੂਰਾ ਜਿਹਦੇ ਨਾਂ ਤੇ ਵੱਜਿਆ, ਇਹਨਾਂ ਦੀ ਜੜ ਵਿੱਚੋਂ ਸੀ, ਭਾਵ ਇਹਨਾਂ ਦੀ ਕੁਲ ਵਿੱਚੋਂ ਸੀਗਾ ਨੌ ਨਿਧਰਾਏ ਖੱਤਰੀ। ਇਹਨੇ ਬੇਨਤੀ ਕੀਤੀ, ਕਹਿੰਦਾ ਮਹਾਰਾਜ ਹੁਣ ਆਪ ਕੇਸ ਰਖਾਉਂਦੇ ਹੋ, ਪਹਿਲੇ ਕਿਸੇ ਨੇ ਕਿਉਂ ਨਹੀਂ ਰਖਾਏ? ਬਚਨ ਹੋਇਆ ਭਾਈ ਤੁਸੀਂ ਕਦੇ ਮਹਾਭਾਰਤ ਆਦਿਕ ਇਤਿਹਾਸ ਤੇ ਪੁਰਾਣ ਸੁਣੇ ਹੋਣਗੇ। ਉਹਨੇ ਜਦੋਂ ਸਵਾਲ ਕੀਤਾ ਕਿ ਮਹਾਰਾਜ ਜੀ ਕੇਸ ਤੁਸੀਂ ਰਖਾਉਣੇ ਸ਼ੁਰੂ ਕੀਤੇ ਐ, ਪਹਿਲਾਂ ਤਾਂ ਕਿਸੇ ਨੇ ਕਿਹਾ ਨਹੀਂ। ਮਹਾਰਾਜ ਕਹਿੰਦੇ ਭਾਈ ਨਾ ਤੇਰੀ ਅਗਿਆਨਤਾ ਹੈ। ਮਹਾਰਾਜ ਕਹਿੰਦੇ ਕਦੇ ਭਾਈ ਮਹਾਭਾਰਤ ਦਾ ਇਤਿਹਾਸ ਪੜ੍ਹਿਆ? ਕਦੇ ਪੁਰਾਣ ਸੁਣੇ ਨੇ? ਪੁਰਾਣ ਇਹ ਸਨਾਤਨ ਧਰਮ ਦੇ ਗ੍ਰੰਥ ਨੇ। ਮਹਾਰਾਜ ਕਹਿੰਦੇ ਪਹਿਲੇ ਜਿਤਨੇ ਰਿਖੀ ਮੁਨੀ ਰਾਜੇ ਮਹਾਰਾਜੇ ਹੋਏ, ਪੰਡਤ ਬ੍ਰਾਹਮਣ ਮਲਾਣੇ ਹੋਏ, ਸਭ ਕੱਸ ਕੇਸ ਰੱਖਦੇ ਨੇ, ਹੋਰਨਾਂ ਤੋਂ ਰਖਾਉਂਦੇ ਨੇ। ਸਭਨਾਂ ਦੇ ਕੇਸ ਸੀ, ਜੋ ਉਹਨਾਂ ਦੀਆਂ ਮੂਰਤਾਂ ਤੋਂ ਪ੍ਰਤੱਖ ਦੇਖੀਂਦਾ। ਜਦੋਂ ਤੱਕ ਇਸ ਦੇਸ਼ ਦੇ ਵਿੱਚ ਕੱਸ ਕੇਸ ਰੱਖਣ ਦਾ ਰਿਵਾਜ ਰਿਹਾ, ਤਦੋਂ ਤੱਕ ਇਹਨਾਂ ਦੇ ਪ੍ਰਤਾਪ ਨਾਲ ਭਾਰਤ ਵਰਸ਼ੀ ਰਾਜੇ ਹੋਰ ਮੁਲਕਾਂ ਤੇ ਫਤਿਹ ਪ੍ਰਾਪਤ ਕਰਦੇ ਰਹੇ। ਮਹਾਰਾਜ ਕਹਿੰਦੇ ਭਾਈ ਜਿੰਨਾ ਚਿਰ ਭਾਰਤ ਵੰਸ਼ ਦੇ ਲੋਕ ਕੇਸਾਂ ਦੇ ਨਾਲ ਜੁੜੇ ਰਹੇ, ਕੇਸ ਰੱਖਦੇ ਰਹੇ, ਉਹਨਾਂ ਚਿਰ ਇੱਥੋਂ ਦੇ ਭਾਰਤ ਵਰਸ਼ ਦੇ ਜਿਹੜੇ ਲੋਕ ਸੀ ਨਾ, ਰਾਜੇ ਮਹਾਰਾਜੇ ਹੋਰ ਵੱਡੇ ਵੱਡੇ ਮੁਲਕਾਂ ਤੇ ਜਿੱਤ ਪ੍ਰਾਪਤ ਕਰਕੇ ਆਪਣੀ ਅਧੀਨ ਕਰਦੇ ਰਹੇ ਤੇ ਹੁਕਮ ਚਲਾਉਂਦੇ ਰਹੇ। ਆਪਣਾ ਮੁਲਕ ਵੀ ਸੰਭਾਲ ਰੱਖਦੇ ਤੇ ਹੋਰਨਾਂ ਮੁਲਕਾਂ ਨੂੰ ਵੀ ਆਪਣੇ ਮੁਲਕ ਦੇ ਵਿੱਚ ਰਲਾ ਕੇ ਵੱਡਾ ਕਰ ਲੈਂਦੇ ਮੁਲਕ। ਜਦ ਤੋਂ ਮਹਾਰਾਜ ਕਹਿੰਦੇ ਕੱਸ ਕੇਸ ਇਹ ਤਿਆਗ ਬੈਠੇ ਆ ਨਾ ਭਾਰਤ ਵੰਸ਼ੀ ਲੋਕ, ਮਹਾਰਾਜ ਕਹਿੰਦੇ ਉਸੇ ਦਿਨ ਤੋਂ ਪਹਿਲੇ ਬੋਧਾਂ ਨੇ, ਫਿਰ ਤਾਤਾਰੀ ਲੋਕਾਂ ਨੇ ਭਾਰਤ ਵੰਸ਼ੀਆਂ ਤੋਂ ਆ ਕੇ ਉਲਟਾ ਭਾਰਤ ਖੰਡ ਹੀ ਖੋਲਿਆ, ਜਿਨ੍ਹਾਂ ਨੂੰ ਆਪਾਂ ਪਿਆਰਿਓ ਆ ਕਹਿੰਦੇ ਆ ਨਾ ਆਰੀਅਨ ਸਮਾਜ ਦੇ ਲੋਕ। ਇਹ ਸਾਡੇ ਮੁਲਕ ਦੇ ਲੋਕ ਨਹੀਂ। ਇਹਨਾਂ ਨੇ ਬੜੀ ਚਤਰਾਈ ਦੇ ਨਾਲ ਸਾਨੂੰ ਨੀਵੀਆਂ ਜਾਤਾਂ ਦੇ ਵਿੱਚ ਵੰਡ ਦਿੱਤਾ। ਅੱਜ ਜਿਹੜੇ ਆਪਾਂ ਨੀਵੀਆਂ ਜਾਤਾਂ ਵਿੱਚ ਆਉਂਦੇ ਆ, ਹੁਣ ਐਵੇਂ ਨਾ ਮਾਣ ਜਾ ਕਰ ਲਿਓ ਕਿ ਇਕੱਲੇ ਚੂੜੇ ਚਮਿਆਰੀ ਨੀਵੀਆਂ ਜਾਤਾਂ ਵਿੱਚ ਆਉਂਦੇ ਆ। ਨਹੀਂ, ਤੁਸੀਂ ਜੱਟ ਜ਼ਿਮੀਂਦਾਰ ਹੋ, ਇਹ ਵੀ ਨੀਵੀਂ ਜਾਤ 'ਚ ਹੀ ਆਉਂਦੇ ਆ। ਮਨੂ ਸਿਮਰਤੀ ਪੜ੍ਹਿਓ ਕਦੇ? ਮਨੂ ਸਿਮਰਤੀ ਨੇ ਸਾਨੂੰ ਸਾਰਿਆਂ ਨੂੰ ਇਕੱਲੇ ਬ੍ਰਾਹਮਣ ਤੋਂ ਬਿਨਾਂ ਨਾ, ਬ੍ਰਾਹਮਣ ਤੇ ਖੱਤਰੀ ਤੋਂ ਬਿਨਾਂ ਸਾਰਿਆਂ ਨੂੰ ਨੀਵੇਂ ਮੰਨਿਆ ਹੋਇਆ ਹੈ, ਸ਼ੂਦਰ ਮੰਨਿਆ ਹੋਇਆ ਹੈ। ਆਪਣੇ ਆਪ ਨੂੰ ਵੱਡਾ ਮੰਨਿਆ ਉਹਨੇ। ਆਪਾਂ ਇਸ ਦੇਸ਼ ਦੇ ਵੰਸ਼ਜ ਹੈ ਪਹਿਲਾਂ ਤੋਂ, ਸਦੀਆਂ ਤੋਂ, ਯੁੱਗਾਂ ਤੋਂ, ਜਦੋਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ। ਤੇ ਜਿਹੜੇ ਆ ਲੋਕ ਆਏ ਹੋਏ ਨੇ ਨਾ, ਜਿਹੜੇ ਅੱਜ ਬਣੇ ਬੈਠੇ ਨੇ ਕਿ ਅਸੀਂ ਆ ਸੈਂਟਰ ਦੇ ਵਿੱਚ, ਇਹ ਆਰੀਅਨ ਸਮਾਜ ਦੇ ਲੋਕ ਨੇ। ਸਾਡੇ ਦੇਸ਼ ਦੇ ਵਿੱਚ ਪਹਿਲਾਂ ਬੋਧਾਂ ਨੇ ਆ ਕੇ ਰਾਜ ਆਰੰਭਣਾ ਕੀਤਾ, ਆਪਣੀ
ਪ੍ਰਥਾ ਚਲਾਈ, ਸਾਡੇ ਲੋਕਾਂ ਨੂੰ ਆਪਣੇ ਧਰਮ ਤੋਂ ਤੋੜਨਾ ਕੀਤਾ, ਕੁਦਰਤ ਨਾਲੋਂ ਤੋੜਨਾ ਸ਼ੁਰੂ ਕੀਤਾ, ਉਹ ਕਾਫੀ ਹੱਦ ਤੱਕ ਕਾਮਯਾਬ ਹੋਏ। ਫਿਰ ਤਾਤਾਰੀ ਲੋਕਾਂ ਨੇ ਆ ਕੇ ਭਾਰਤ ਵਰਸ਼ੀਆਂ ਤੋਂ ਹੀ ਆ ਕੇ ਭਾਰਤ ਖੰਡ ਖੋਲਿਆ। ਪਿਆਰਿਓ, ਉਹ ਨਿਕਲੇ ਤਾਂ ਫਿਰ ਮੁਸਲਮਾਨਾਂ ਨੇ ਅਜਿਹੇ ਦਬਾਏ ਕਿ ਇਹਨਾਂ ਰਾਜਪੂਤਾਂ ਸਤਰੀਆਂ ਦੀ ਇੱਜ਼ਤ, ਦੌਲਤ, ਬਹੁ ਬੇਟੀਆਂ ਕਾਈ ਚੀਜ਼ ਨਾ ਛੱਡੀ ਮੁਸਲਮਾਨਾਂ ਨੇ। ਕਹਿੰਦੇ ਫਿਰ ਹੌਲੀ ਹੌਲੀ ਮੁਸਲਮਾਨ ਆਏ, ਮਲੇਸ਼, ਇਹ ਵੀ ਹੋਰਨਾਂ ਖਿੱਤਿਆਂ ਦੇ ਲੋਕ ਸੀ। ਕਹਿੰਦੇ ਐਸਾ ਇਹਨਾਂ ਨੇ ਫਿਰ ਰਾਜ ਕੀਤਾ, ਵੱਡੇ ਵੱਡੇ ਰਾਜਪੂਤਾਂ ਦੀਆਂ ਇੱਜ਼ਤਾਂ, ਦੌਲਤਾਂ, ਬਹੁ ਬੇਟੀਆਂ, ਕੋਈ ਚੀਜ਼ ਨਹੀਂ ਛੱਡੀ। ਮਹਾਰਾਜ ਕਹਿੰਦੇ ਇਸੇ ਵਾਸਤੇ ਅਸੀਂ ਹੁਣ ਫਿਰ ਉਹ ਕਦੀਮੀ ਰਿਵਾਜ ਕਸ ਕੇਸ ਰੱਖਣ ਦਾ ਆਰੰਭ ਕੀਤਾ। ਇਹ ਸੱਚਾਈ ਹੈ ਪਿਆਰਿਓ। ਸਨਾਤਨ ਧਰਮ ਦੇ ਗ੍ਰੰਥ ਪੜ੍ਹ ਲਿਓ, ਕਿਤੇ ਕੇਸ ਕਤਲ ਕਰਨ ਦੀ ਗੱਲ ਨਹੀਂ ਕੀਤੀ ਹੈ। ਆ ਜਿਹੜਾ ਮੁੰਡਣ ਜਾ ਕਰਵਾਉਣ ਲੱਗੇ ਆ ਨਾ, ਇਹਦੇ ਵਿੱਚ ਇਹ ਵੀ ਬਾਅਦ ਦੇ ਵਿੱਚ ਜਾਣ ਬੁੱਝ ਕੇ ਕਰਨ ਲੱਗੇ ਆ। ਰਾਜੇ ਜਨਮੇਜੇ ਤੋਂ ਸ਼ੁਰੂ ਕੀਤਾ ਹੈ ਮੁੰਡਣ ਕਰਵਾਉਣ ਦਾ ਰਿਵਾਜ। ਇਹਨਾਂ ਨੇ ਪਹਿਲਾਂ ਨਹੀਂ ਸੀ ਹਿੰਦੂਆਂ ਦੇ ਵਿੱਚ, ਕਿਉਂਕਿ ਰਾਜੇ ਉਹਦੇ ਰਾਜ ਭਾਗ ਦੇ ਵਿੱਚ, ਜਨਮੇਜੇ ਦੇ ਰਾਜ ਭਾਗ ਦੇ ਵਿੱਚ ਨਾ, ਉਹਨੇ ਆਪਣੇ ਹੱਥੀਂ 18 ਬ੍ਰਾਹਮਣਾਂ ਨੂੰ ਕਤਲ ਕੀਤਾ ਸੀ, ਤੇਲ ਦੇ ਕੜਾਹਿਆਂ 'ਚ ਸਿੱਟ ਕੇ। ਕਿਉਂ ਕੀਤਾ ਸੀ? ਇਹ ਲੰਮੀ ਚੌੜੀ ਗੱਲ ਕਦੇ ਫੇਰ ਆਪਾਂ ਸਾਂਝੀ ਕਰਾਂਗੇ। ਉਹਦੇ ਘਰ ਵਾਲੀ ਗੋਲੀ ਇਹਦੀ ਰਾਣੀ ਬਣ ਗਈ। ਰਾਜ ਭਾਗ ਇਹਨੇ ਕੋਈ ਜਿੱਤਿਆ, ਰਾਜ ਭਾਗ ਜਿੱਤਿਆ, ਉਸ ਰਾਜ ਭਾਗ ਦੀ ਰਾਜੇ ਦੀ ਲੜਕੀ ਰਾਜਕੁਆਰੀ ਦੇ ਨਾਲ ਰਾਜੇ ਦਾ ਵਿਆਹ ਹੋਇਆ। ਉਸ ਰਾਣੀ ਦੇ ਘਰੋਂ ਕੋਈ ਬੱਚਾ ਨਾ ਪੈਦਾ ਹੋਇਆ। ਫਿਰ ਉਸ ਰਾਣੀ ਨੇ ਕਹਿ ਕੇ ਆਪਣੀ ਗੋਲੀ ਜਿਹੜੀ ਨਾਲ ਲੈ ਕੇ ਆਈ ਸੀ ਨਾ, ਉਸ ਗੋਲੀ ਦੇ ਨਾਲ ਰਾਜੇ ਜਨਮੇਜੇ ਦੀ ਸ਼ਾਦੀ ਕਰਾ ਦਿੱਤੀ। ਹੁਣ ਗੋਲੀ ਸੀ ਨੀਚ ਜਾਤੀ ਦੇ ਵਿੱਚੋਂ। ਇਹਨੇ ਰਾਜ ਭਾਗ ਜਾਂ ਘਰ ਦੇ ਵਿੱਚ ਖੁਸ਼ੀ ਆਉਣ ਦੀ ਵਜ੍ਹਾ ਨੂੰ ਮੁੱਖ ਰੱਖਦੇ ਨਾ ਪ੍ਰਾਣਾਂ ਦੇ ਪਾਠ ਕਰਾਈ। ਬਹੁਤ ਬ੍ਰਾਹਮਣ ਸੱਦੇ, 18 ਬ੍ਰਾਹਮਣ ਜਿਹੜੇ ਮੇਨ ਸੀ ਨਾ, 18 ਪ੍ਰਾਣਾਂ ਦੇ ਪਾਠ ਕਰਨ ਵਾਸਤੇ ਉਹ ਸੱਦੇ। ਘਰ ਦੇ ਵਿੱਚ ਪਾਠ ਹੋਏ। ਜਿਸ ਦਿਨ ਸੰਪੂਰਨਤਾ ਹੋਣੀ ਸੀ ਨਾ, ਉਸ ਦਿਨ ਨਾ ਉਹ ਜਿਹੜੀ ਗੋਲੀ ਸੀ ਰਾਣੀ, ਉਹਦੇ ਅੱਤ ਦਰਜੇ ਦੇ ਸੂਖਸ਼ਮ ਕੱਪੜੇ ਪਾਏ ਨੇ, ਭਾਵ ਕਿ ਬਹੁਤ ਪਤਲੇ ਕੱਪੜੇ ਪਾ ਕੇ ਜਦੋਂ ਆਈ, ਉਹਨਾਂ ਪਤਲੇ ਕੱਪੜਿਆਂ ਦੇ ਵਿੱਚ ਦੀ ਉਸ ਬੀਬੀ ਦੇ ਅੰਗ ਵਿਖਦੇ ਨੇ। ਉਹਨਾਂ ਵੇਦ ਪੜ੍ਹਦੇ ਪੜ੍ਹਦੇ ਮਨੁੱਖਾਂ ਦੀ ਨਾ, ਬ੍ਰਾਹਮਣਾਂ ਦੀ ਹਾਸੀ ਨਿਕਲੀ। ਮੁਸਕਰੀਏ ਹੱਸੇ ਕਿ ਨੀਚ ਦੀ ਨੀਚ ਰਹੀ, ਇਹਨੂੰ ਕੱਪੜੇ ਪਾਉਣ ਦਾ ਢੰਗ ਨਹੀਂ ਆਇਆ। ਕਈ ਵਾਰੀ ਆਪਾਂ ਵੀ ਇਦਾਂ ਦੀਆਂ ਗੱਲਾਂ ਕਰਦੇ ਨਾ ਕਿ ਕੱਪੜੇ ਪਾਉਣ ਦਾ ਢੰਗ ਹੀ ਨਹੀਂ ਆਇਆ, ਰਾਣੀ ਭਾਵੇਂ ਬਣ ਗਈ। ਜਦੋਂ ਉਸ ਰਾਣੀ ਗੋਲੀ ਨੂੰ ਪਤਾ ਲੱਗਿਆ, ਪਤਾ ਕੀਤਾ ਕਿਉਂ ਹੱਸੇ ਹੋ, ਧਮਕਾ ਕੇ ਜਦੋਂ ਪੁੱਛਿਆ, ਕਹਿੰਦੇ ਇਉਂ ਹੱਸੇ ਆ। ਫਿਰ ਰਾਣੀ ਕਹਿੰਦੀ ਜਿੰਨਾ ਚਿਰ ਇਹਨਾਂ ਨੂੰ ਮਾਰਦਾ ਨਹੀਂ ਮੈਂ ਖੁਸ਼ ਨਹੀਂ ਹਾਂ, ਮੈਂ ਮਰਾਂਗੀ। ਰਾਜੇ ਜਨਮੇਜੇ ਨੇ ਆਪਣੀ ਪਤਨੀ ਨੂੰ ਖੁਸ਼ ਕਰਨ ਵਾਸਤੇ ਫਿਰ 18 ਬ੍ਰਾਹਮਣਾਂ ਦਾ ਘਾਤ ਆਪਣੇ ਹੱਥੀਂ ਕੀਤਾ, ਤੇ ਜਿਹੜੇ ਛੋਟੇ ਮੋਟੇ ਗਏ ਸੀ ਨਾ ਇਲਾਕਿਆਂ ਵਿੱਚੋਂ, ਉਹਨਾਂ ਨੂੰ ਕਹਿਣ ਲੱਗਿਆ ਵੀ ਇਹਨਾਂ ਨੂੰ ਵੀ ਸਜ਼ਾ ਦੇਣੀ ਹੈ। ਆਪਣੇ ਵਜ਼ੀਰਾਂ ਨੂੰ ਪੁੱਛਦਾ, ਕਹਿੰਦਾ ਵੀ ਇਹਨਾਂ ਨੂੰ ਮੌਤ ਤੋਂ ਵੱਧ ਸਜ਼ਾ ਦੇਣੀ ਹੈ, ਮੈਨੂੰ ਦੱਸਿਆ ਜਾਵੇ ਕਿ ਮੌਤ ਤੋਂ ਵੱਡੀ ਸਜ਼ਾ ਕੀ ਹੈ। ਵਜ਼ੀਰ ਕਹਿਣ ਲੱਗਿਆ, ਇੱਕ ਸਿਆਣਾ ਸੀ, ਕਹਿੰਦਾ ਮੌਤ ਤੋਂ ਵੱਡੀ ਸਜ਼ਾ ਤਾਂ ਇਹ ਹੈ, ਇਹਨਾਂ ਨੂੰ ਇਹਨਾਂ ਦੇ ਧਰਮ ਤੋਂ ਬਾਂਝ ਕਰ ਦਿੱਤਾ ਜਾਏ, ਇਹਨਾਂ ਦੇ
ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਕੇਸ ਕਤਲ ਨਹੀਂ ਕਰਨੇ। ਸਾਰੇ ਰਿਸ਼ੀ ਮੁਨੀਆਂ ਦੇ ਸੀ। ਕਹਿੰਦਾ ਮੌਤ ਤੋਂ ਵੱਡੀ ਸਜ਼ਾ ਹੈ, ਇਹਨਾਂ ਦੇ ਕੇਸ ਕਤਲ ਕਰ ਦਿਓ। ਰਾਜੇ ਨੇ ਸਾਰੇ ਬ੍ਰਾਹਮਣ ਜਿਹੜੇ ਨਿੱਕੇ ਮੋਟੇ ਗਏ ਸੀ ਨਾ ਫੜ ਲਏ, ਫੜ ਕੇ ਸਾਰਿਆਂ ਦੇ ਕੇਸ ਕਤਲ ਕਰਤੇ ਤੇ ਵਿਚਾਲੇ ਬੋਦੇ ਜਿਹੇ ਰੱਖਤੇ। ਅੱਜ ਵੀ ਰੱਖਦੇ ਆ ਨਾ, ਤੁਸੀਂ ਵੇਖਦੇ ਹੋ, ਜੁੱਟੀ ਜੀ ਰੱਖਤੀ ਵਿਚਾਲੇ, ਸੜਤੇ ਸਾਰੇ ਸਿਰ ਮੁੰਨ ਕੇ। ਹੁਣ ਜਦੋਂ ਆਪਣੇ ਘਰਾਂ ਨੂੰ, ਆਪਣੇ ਸੂਬਿਆਂ 'ਚ ਗਏ ਨੇ ਨਾ, ਲੋਕੀ ਹੱਸਦੇ ਆ, ਓਏ ਆ ਕੀ ਰੂਪ ਬਣਾ ਲਿਆਂਦਾ ਤੁਸੀਂ, ਇਹ ਤੁਸੀਂ ਕੀ ਰੂਪ ਬਣਾ ਲਿਆਂਦਾ, ਟਿੱਚਰਾਂ ਕਰਦੇ। ਇਹਨਾਂ ਨੇ ਫਿਰ ਉੱਥੋਂ ਕਾਢ ਕੱਢੀ, ਕਹਿੰਦੇ ਓਏ ਤੁਸੀਂ ਟਿੱਚਰਾ ਨਾ ਕਰੋ ਸਾਡੂ, ਇਹ ਤਾਂ ਵੇਦਾਂ, ਤੁਹਾਨੂੰ ਕੀ ਪਤਾ, ਤੁਸੀਂ ਤਾਂ ਅਨਪੜ੍ਹ ਲੋਕ ਹੋ, ਇਹ ਤਾਂ ਵੇਦਾਂ ਦੇ ਵਿੱਚ ਲਿਖਿਆ, ਏਦਾਂ ਅਸੀਂ ਕਰਵਾ ਸਕਦੇ ਹਾਂ, ਇਹ ਤਾਂ ਸਾਡੀ ਰੀਤੀ ਆ ਬ੍ਰਾਹਮਣਾਂ ਦੀ, ਸਾਡੇ ਵਾਸਤੇ ਤਾਂ ਇਹ ਵੇਦਾਂ 'ਚ ਲਿਖਿਆ ਕਿ ਮੁੰਡਨ ਕਰਵਾਉਣਾ ਹੈ। ਉੱਥੋਂ ਸ਼ੁਰੂ ਹੋਇਆ ਪਿਆਰੇ। ਸੰਤ ਹਰਦੇਵ ਸਿੰਘ ਲੂਲੋਂ ਵਾਲੇ ਸੁਣਾਇਆ ਕਰਦੇ ਸੀ ਇਹ ਰਾਜੇ ਜਨਮੇਜੇ ਦੀ ਬੜੀ ਵੱਡੀ ਵਾਰਤਾ ਹੈ। ਸੋ ਕਹਿਣ ਤੋਂ ਭਾਵ ਮਹਾਰਾਜ ਕਲਗੀਧਰ ਪਿਤਾ ਕਹਿਣ ਲੱਗੇ, ਭਾਈ ਪੜ੍ਹੋ ਇਤਿਹਾਸ ਭਾਰਤ ਵੰਸ਼ਜਾਂ ਦਾ, ਰਿਸ਼ੀਆਂ ਮੁਨੀਆਂ ਦਾ, ਕਿਸੇ ਨੇ ਕੇਸ ਕਤਲ ਨਹੀਂ ਕੀਤੇ। ਜਿਸ ਦਿਨ ਕੇਸ ਕਤਲ ਇਹਨਾਂ ਨੇ ਕਰਨੇ ਸ਼ੁਰੂ ਕੀਤੇ, ਇਹਨਾਂ ਦੇ ਰਾਜ ਭਾਗ ਜਾਂਦੇ ਰਹੇ ਤੇ ਗੁਲਾਮ ਬਣਦੇ ਰਹੇ। ਇਹਨਾਂ ਤੋਂ ਇਹਨਾਂ ਦੀਆਂ ਬਹੁ ਬੇਟੀਆਂ ਖੋਹ ਕੇ ਲਿਜਾਂਦੇ ਰਹੇ। ਮਹਾਰਾਜ ਕਹਿੰਦੇ ਸੋ ਜੇਕਰ ਸਭ ਲੋਕ ਧਾਰਨ ਕਰ ਲੈਣ ਤਾਂ ਪੱਕਾ ਭਰੋਸਾ ਹੈ ਕਿ ਰਾਜ ਪ੍ਰਤਾਪ ਭਾਰਤ ਵੰਸ਼ੀਆਂ ਦਾ ਫੇਰ ਹੋ ਜਾਵੇਗਾ। ਆਪਾਂ ਭਾਰਤ ਵੰਸ਼ੀਆਂ ਦੇ ਵਿੱਚੋਂ ਆ ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਦਰਕਾਇਆ ਹੈ। ਭਾਰਤ ਵੰਸ਼ੀ ਸਾਡੇ ਚੋਂ ਰਾਜਾ ਅਸ਼ੋਕ ਹੋਇਆ ਹੈ, ਰਾਜਾ ਚੰਦਰਗੁਪਤ ਮੌਰੀਆ ਹੋਇਆ ਪਿਆਰਿਓ। ਸ਼ੂਦਰਾਂ ਦੇ ਵਿੱਚੋਂ, ਜਿਹਨੂੰ ਸ਼ੂਦਰ ਕਹਿੰਦੇ ਨਾ ਅੱਜ ਚਮਾਰ, ਆਪਾਂ ਚਮਾਰਾਂ ਦੇ ਵਿੱਚੋਂ ਹੋਇਆ ਰਾਜਾ ਚੰਦਰਗੁਪਤ ਮੌਰੀਆ। ਭਾਰਤ ਵੰਸ਼ਜ ਦਾ ਰਾਜਾ ਸੀ, ਬਹੁਤ ਵੱਡਾ ਰਾਜ ਭਾਗ ਸੀ। ਉਹਦਾ ਰਾਜ ਭਾਗ ਚਾਣਕਿਆਂ ਨੇ ਖਤਮ ਕੀਤਾ ਜੀ, ਚਾਣਕਿਆ ਰਖੀ ਹੋਇਆ, ਉਸੇ ਨੇ ਦਬਾਇਆ ਸੀਗਾ ਤੇ ਉਸੇ ਨੇ ਉਹਦਾ ਖਤਮ ਕਰਵਾ ਦਿੱਤਾ ਰਾਜ ਭਾਗ। ਚੰਦਰਗੁਪਤ ਮੌਰੀਆ ਰਾਜਾ, ਜਿਹਨੂੰ ਅੱਜ ਚਮਾਰ ਕਹਿੰਦੇ ਆ ਨਾ ਆਪਾਂ, ਇਹਨਾਂ ਵਿੱਚੋਂ ਹੋਇਆ, ਬਹੁਤ ਵੱਡਾ ਰਾਜ ਭਾਗ ਸੀ। ਮਹਾਰਾਜ ਕਲਗੀਧਰ ਪਿਤਾ ਕਹਿਣ ਲੱਗੇ, ਭਾਈ ਆਪਾਂ ਭਾਰਤ ਵੰਸ਼ੀ ਹੈ, ਜਿਵੇਂ ਅਸ਼ੋਕ ਰਾਜਾ ਹੋਇਆ, ਚੰਦਰਗੁਪਤ ਮੌਰੀਆ ਰਾਜਾ ਹੋਇਆ। ਮਹਾਰਾਜ ਕਹਿੰਦੇ ਆਪਾਂ ਸਾਹਿਬ ਆਦਿਕ ਰਾਜਿਆਂ ਮਹਾਰਾਜਿਆਂ ਦੇ ਸਵੇ ਸੀ ਤੇ ਨਾਲੇ ਕੇਸ ਰੱਖਣ ਦਾ ਇਹ ਫਾਇਦਾ ਹੈ। ਮਹਾਰਾਜ ਜੀ ਕਹਿੰਦੇ ਇਹਦਾ ਭਾਈ ਸਰੀਰ ਨੂੰ ਵੀ ਫਾਇਦਾ ਹੈ। ਮਗਜ ਹੈ ਨਾ ਜਿਹੜਾ ਸਾਡਾ, ਭਾਵ ਦਿਮਾਗ, ਇਹਨੂੰ ਗਰਮੀ ਸਰਦੀ ਨਹੀਂ ਵਿਆਪਦੀ। ਅੱਜ ਸਾਇੰਸ ਵੀ ਇਹ ਮੰਨਦੀ ਹੈ ਪਿਆਰਿਓ, ਅੱਜ ਸਾਇੰਸ ਵੀ ਇਹ ਸਿੱਧ ਕਰਦੀ ਹੈ ਕਿ ਜਿਨ੍ਹਾਂ ਦੇ ਕੇਸ ਰੱਖੇ ਹੁੰਦੇ ਆ ਉਹਨਾਂ ਨੂੰ ਸਿਰ ਤੋਂ ਗਰਮੀ ਤੇ ਸਰਦੀ ਘੱਟ ਲੱਗਦੀ ਹੈ। ਪਰ ਸਾਡੇ ਕੋਲੇ ਬਹਾਨਾ ਜਾਂ ਬੜਾ ਚੰਗਾ, ਕਈ ਵਾਰੀ ਜਵਾਕਾਂ ਜਿਹਾ ਨੂੰ ਪੁੱਛਦੇ ਹੁੰਦੇ ਆ, ਕੇਸ ਕਤਲ ਕਰਾ ਦਿੰਦੇ ਆ ਨਾ, ਪੁੱਛਦੇ ਆ ਕਿ ਕੀ ਹੋ ਗਿਆ ਜੀ, ਗਰਮਾਇਸ਼ ਪੈਦਾ ਹੋ ਗਈ, ਫੋੜੇ ਫੁੰਸੀਆਂ ਹੁੰਦੇ। ਵੀ ਸਾਡੇ ਤਾਂ ਹੋਈ ਨਹੀਂ ਕਦੇ, ਅਸੀਂ ਤਾਂ ਜਿਉਂ ਅਸੀਂ ਆਪਾਂ ਸਾਰੀ ਕਈ ਸਾਰੇ ਹੋਣੇ ਆ ਜਿਨ੍ਹਾਂ ਨੇ ਕੈਂਚੀ ਵੀ ਨਹੀਂ ਲਵਾਈ ਤੇ ਸਾਡੇ ਤਾਂ ਕਦੇ ਫਿੰਸੀ ਹੋਈ ਨਹੀਂ। ਇਹ ਤਾਂ ਆਨੇ ਬਹਾਨੇ ਜੇ ਹੁੰਦੇ ਆ ਪਿਆਰਿਓ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਕੇਸ ਕਟਾਉਣਾ ਸਰੀਰ ਦਾ ਅੰਗ ਭੰਗ ਕਰਨਾ। ਜਿਵੇਂ ਸਰੀਰ ਦੇ ਅੰਗ ਸਾਡੇ ਹੱਥ ਪੈਰ ਉਂਗਲਾਂ ਨੇ ਨਾ, ਇਹਨਾਂ ਚੋਂ ਕੋਈ ਕੱਟਿਆ ਜਾਵੇ, ਆਪਾਂ ਕਹਿੰਦੇ ਆ ਬੰਦਾ ਅਪੰਗ ਹੋ ਗਿਆ, ਭਾਵ ਅੰਗ ਭੰਗ ਹੋ ਗਿਆ ਇਹਦਾ। ਤੇ ਸਰੀਰ ਵੀ ਤੇ ਆ ਕੇਸ ਵੀ ਤੇ ਸਰੀਰ ਦਾ ਅੰਗ ਹੀ ਹੈ, ਜਿਹੜੇ ਕੱਟ ਕੇ ਅਸੀਂ ਸੁੱਟੀ ਜਾ ਰਹੇ ਹਾਂ ਪਿਆਰਿਓ। ਇਹਨਾਂ ਦਾ ਸਤਿਕਾਰ ਕਰਿਆ ਕਰੀਏ। ਸੋ ਇੱਥੇ ਸਮਾਪਤੀ। ਅੱਗੇ ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਰਹਿਣਗੇ, ਇਉਂ ਸਤਿਗੁਰੂ ਕਲਗੀਧਰ ਪਿਤਾ ਜੀ ਕੇਸਾਂ ਦੀ ਜਿਹੜੀ ਮਹੱਤਤਾ ਹੈ ਨਾ, ਕੇਸ ਰੱਖਣ ਦੀ ਤਾਕੀਦ ਸਿੱਖ ਸੰਗਤਾਂ ਨੂੰ ਦੇ ਰਹੇ ਆ। ਸਾਨੂੰ ਵੀ ਮਹਾਰਾਜ ਜੀ ਨੇ ਇਹੀ ਬਖਸ਼ਿਆ। ਸਤਿਗੁਰੂ ਕਹਿੰਦੇ, ਭਾਈ ਕੇਸ ਗੁਰੂ ਕੀ ਮੋਹਰ ਹਨ, ਇਹਨਾਂ ਦਾ ਘਾਤ ਨਾ ਕਰਿਆ ਕਰ। ਆਓ ਪਿਆਰਿਓ,
ਅੱਜ ਸਾਡੀ ਦੁਰਦਸ਼ਾ, ਜੇ ਅੱਜ ਸਮਾਜ ਦੇ ਵਿੱਚ ਸਾਡੇ ਹੀ ਆਪਣੇ ਸਾਡੀ ਦੁਰਦਸ਼ਾ ਭੇੜੀ ਕਰ ਰਹੇ ਆ ਨਾ, ਅਸੀਂ ਗੁਰੂ ਨਾਲੋਂ ਟੁੱਟ ਗਏ। ਅਸੀਂ ਸਾਰੀਆਂ ਗੁਰੂ ਦੀਆਂ ਬਖਸ਼ਿਸ਼ਾਂ ਦੂਰ ਕਰ ਲੀਆਂ, ਕੇਸ ਕਤਲ ਕਰਾ ਲਏ, ਪੱਗ ਸਿਰ ਦਾ ਤਾਜ ਸੀ ਇਹ ਆਪਣੀ ਸਿਰ ਤੋਂ ਗਵਾਲੀ, ਝੰਡਾ ਗੁਰੂ ਦੀ ਨਿਸ਼ਾਨੀ ਸੀ ਕੇਸਰੀ ਤੇ ਨੀਲਾ, ਇਹ ਗਵਾਲਿਆ ਪਤਾ ਨਹੀਂ ਕਿਹੜੇ ਕਿਹੜੇ ਚੁੱਕੀ ਫਿਰਦੇ, ਤਾਂ ਹੀ ਤਿਰੁਲਦੇ ਫਿਰਦੇ ਪਿਆਰਿਓ। ਸੱਚ ਜਾਣਿਓ, ਕਦੇ ਨੀਲਾ ਤੇ ਕੇਸਰੀ ਝੰਡੇ ਦੇ ਹੇਠਾਂ ਆ ਕੇ ਵੇਖਿਓ। ਝੂਲਦੇ ਆ ਨਾ ਵੱਡੀਆਂ ਵੱਡੀਆਂ ਅਸੈਂਬਲੀਆਂ ਦੇ ਵਿੱਚ, ਭਾਰਤ ਤੋਂ ਬਾਹਰ ਪ੍ਰਦੇਸ਼ਾਂ ਦੇ ਵਿੱਚ, ਕਿੰਨਾ ਸਤਿਕਾਰ ਕਰਦੇ ਹੋ। ਅਸੀਂ ਪਤਾ ਨਹੀਂ ਕਿਹੜੇ ਕਿਹੜੇ ਚੱਕ ਲਏ ਪਿਆਰਿਓ। ਇਹ ਗੁਰੂ ਦੀਆਂ ਬਖਸ਼ਿਸ਼ਾਂ ਨੇ, ਇਹਨਾਂ ਤੋਂ ਦੂਰ ਹੋ ਗਏ ਤਾਂ ਹੀ ਤਿਰੁਲਦੇ ਫਿਰਦੇ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ। ਜਣਾ ਖੜਾ ਆਉਂਦਾ, ਜਿਹੜੀ ਸਰਕਾਰ ਆਉਂਦੀ, ਜਿਹੜਾ ਕੋਈ ਬੰਦਾ ਆਉਂਦਾ ਸਾਡੇ ਛਿੱਤਰ ਮਾਰਦਾ, ਸਾਥੋਂ ਹੀ ਵੜਿਆ ਕੇ ਵੋਟਾਂ ਲੈ ਜਾਂਦਾ ਤੇ ਸਾਨੂੰ ਹੀ ਜੇਲ੍ਹਾਂ 'ਚ ਡੱਕਦਾ, ਡਾਂਗਾ ਸੋਟੀਆਂ ਮਾਰਦਾ, ਧਰਨੇ ਲਵਾਉਂਦਾ। ਇਹ ਦੁਰਦਸ਼ਾ ਕਿਉਂ ਹੁੰਦੀ? ਕਿਉਂਕਿ ਗੁਰੂ ਤੇ ਬਚਨਾਂ ਤੋਂ ਮੁਨਕਰ ਹੋ ਗਏ ਸੀ। ਤੇ ਜੇ ਗੁਰੂ ਦੇ ਬਚਨਾਂ ਨਾਲ ਜੁੜੇ ਰਹੀਏ, ਮਹਾਰਾਜ ਜੀ ਕਹਿੰਦੇ, ਤਾਂ ਮੈਂ ਸਾਰਾ ਤੇਜ ਇਹਨੂੰ ਦੇਵਾਂਗਾ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦੇਊ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ, ਤਬ ਨਾ ਕਰੂੰ ਇਨਕੀ ਪ੍ਰਤੀਤ। ਮੈਂ ਨਹੀਂ ਭਰੋਸਾ ਕਰਨਾ, ਮੈਂ ਨਹੀਂ ਇਹਦੀ ਰੱਖਿਆ ਕਰਨੀ। ਮਹਾਰਾਜ ਜੀ ਕਹਿੰਦੇ ਜਦੋਂ ਇਹ ਵਿਪਰਾਂ ਬਾਹਮਣਵਾਦੀ ਰੀਤਾਂ ਤੇ ਆ ਗਿਆ, ਤੇ ਜਿੰਨਾ ਚਿਰ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਮਹਾਰਾਜ ਜੀ ਤੇ ਏਡੀ ਵੱਡੀ ਗੱਲ ਕਹਿੰਦੇ ਜਿਹੜਾ ਸਿੱਖ ਰਹਿਤ ਦੇ ਵਿੱਚ ਰਹਿੰਦਾ ਨਾ, ਬਖਸ਼ਿਸ਼ਾਂ ਸੰਭਾਲ ਕੇ ਰੱਖਦਾ ਹੈ, ਮਹਾਰਾਜ ਜੀ ਕਹਿੰਦੇ ਉਹ ਮੇਰਾ ਸਾਹਿਬ ਮਾਲਕ ਹੈ ਤੇ ਮੈਂ ਉਹਦਾ ਚੇਲਾ ਹਾਂ। ਹੁਣ ਇਦੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਪਿਆਰਿਓ। ਆਓ ਕੋਸ਼ਿਸ਼ ਕਰੀਏ ਕਿ ਗੁਰੂ ਦੀਆਂ ਬਖਸ਼ਿਸ਼ਾਂ ਜਿਹੜੀਆਂ ਸਾਨੂੰ ਦਿੱਤੀਆਂ ਹੋਈਆਂ ਨੇ ਨਾ, ਇਹਨਾਂ ਨੂੰ ਸੰਭਾਲ ਕੇ ਰੱਖੀਏ ਭਾਈ। ਕੇਸਾਂ ਦੀ ਬੇਅਦਬੀ ਬੰਦ ਕਰੀਏ, ਨਸ਼ੇ ਪੱਤਿਆਂ ਦਾ ਤਿਆਗ ਕਰੀਏ।